ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर गरबास न परिया रे। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ। ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ। ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ। ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪਰਾਣੀ। ਵਿਸਮਾਦ ਸੰਜੋਗ ਵਿਸਮਾਦ ਵਿਜੋਗ, ਵਿਸਮਾਦ ਭੁਖ ਵਿਸਮਾਦ ਭੋਗ। ਵਿਸਮਾਦ ਸਿਫਤ ਵਿਸਮਾਦ ਸਾਲਾ, ਵਿਸਮਾਦ ਉਜੜ ਵਿਸਮਾਦ ਰਾਹ। ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖੈ ਹਾਜ਼ਰਾ ਹਜ਼ੂਰ। ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੈ ਭਾਗ। ਮਹਿਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਕੁਦਰਤ ਪੌਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਪੌੜੀ
ਆਪੀਨੈ ਭੋਗ ਭੋਗ ਕੈ, ਹੋਏ ਭਸਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ, ਵਹਿ ਲੇਖਾ ਕਰ ਸਮਝਾਇਆ। ਥਾਉ ਨ ਹੋਵੀ ਪਾਉਂਦੀ, ਹੁਣ ਸੁਣਿਐ ਕਿਆ ਰੂਆਇਆ। ਮਨ ਅੰਧੈ ਜਨਮ ਗਵਾਇਆ, ਮਨ ਅੰਧੈ ਜਨਮ ਗਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ, ਜੋਤ ਰੂਪ ਹਰ ਆਪ, ਗੁਰ ਨਾਨਕ ਕਹਾਇਓ। ਰੱਬੀ ਜੋਤ ਸਰੂਪ ਅਕਾਲ ਪੁਰਖ ਦੀ ਮਹਿਮਾ ਦੇ ਮਹਾਨ ਮੁਜੱਸਮੇ, ਰੱਬੀ ਗੁਣਾਂ ਦੇ ਭੰਡਾਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਆਸਾ ਕੀ ਵਾਰ, ਜਿਸ ਦਾ ਗਾਇਨ ਅੰਮ੍ਰਿਤ ਵੇਲੇ ਹਰੇਕ ਗੁਰੂ ਘਰ ਗੁਰੂ ਦਰ ਅੰਦਰ ਹੁੰਦਾ ਹੈ। ਜਿੱਥੇ ਇਸ ਪਾਵਨ ਬਾਣੀ ਦਾ ਪਾਠ, ਪਾਵਨ ਬਾਣੀ ਦਾ ਕੀਰਤਨ ਆਪਾਂ ਕਰਦੇ ਸੁਣਦੇ ਹਾਂ, ਉੱਥੇ ਇਸ ਪਾਵਨ ਬਾਣੀ ਦੀ ਵਿਚਾਰ ਵੀ ਬੜੀ ਹੀ ਜ਼ਰੂਰੀ ਹੈ। ਤੋ ਸਾਹਿਬ ਨੇ ਕਿਰਪਾ ਕੀਤੀ ਹੈ, ਹੁਣ ਤੱਕ ਸਤਿਗੁਰ ਦੀ ਅਸੀਸ ਬਖਸ਼ਿਸ਼ ਦਾ ਸਦਕਾ 2 ਪੌੜੀਆਂ ਸੰਬੰਧਿਤ ਸ਼ਲੋਕ ਆਪਾਂ ਸਾਂਝੇ ਕੀਤੇ ਨੇ। ਤੀਸਰੀ ਪੌੜੀ ਨਾਲ ਸੰਬੰਧਿਤ 2 ਸ਼ਲੋਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ, ਜਿਨ੍ਹਾਂ ਦਾ ਪਾਠ ਰੂਪ ਦੇ ਅੰਦਰ ਦੀਦਾਰ ਆਪ ਜੀ ਨੇ ਕੀਤਾ ਹੈ। ਆਓ ਆਪਾਂ ਵਿਚਾਰ ਨਾਲ ਜੁੜੀਏ। ਪਿਆਰ ਸ਼ਰਧਾ ਨਾਲ ਸਾਰੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਸ਼ਲੋਕ ਮਹਿਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸ਼ਲੋਕ ਅੰਦਰ ਬਖਸ਼ਿਸ਼ ਕਰਦੇ ਨੇ। ਵਿਸਮਾਦ, ਬੜਾ ਪਿਆਰਾ ਸ਼ਬਦ ਹੈ ਵਿਸਮਾਦ। ਅਸਲ ਇਹ ਉਹ ਅਵਸਥਾ ਹੈ ਜਿੱਥੇ ਸਾਡੀ ਮੱਤ ਹਾਰਦੀ ਹੈ, ਸਾਡੇ ਬੋਲ ਮੁੱਕ ਜਾਂਦੇ ਨੇ, ਸਾਡੀ ਸਿਆਣਪ ਖਤਮ ਹੁੰਦੀ ਹੈ। ਉਦੋਂ ਆਪਾਂ ਵਿਸਮਾਦ ਦੇ ਅੰਦਰ ਭਰ ਜਾਂਦੇ ਹਾਂ। ਬੜੀ ਐਸੀ ਹੈਰਾਨੀਜਨਕ ਅਸਚਰਜ ਵਾਲੀ ਅਵਸਥਾ, ਜਦੋਂ ਗੁਰੂ ਦੇ ਗਿਆਨ ਨਾਲ ਆਪਾਂ ਰੱਬ ਦੀ ਬਣਾਈ ਇਸ ਰਚਨਾ ਨੂੰ ਧਿਆਨ ਨਾਲ ਤੱਕਦੇ ਹਾਂ, ਹਰੇਕ ਚੀਜ਼ ਵਿੱਚੋਂ ਹੀ ਉਹ ਵਿਸਮਾਦ ਪ੍ਰਗਟ ਹੁੰਦਾ ਹੈ। ਹਾਂ, ਇੱਕ ਥਾਂ ਹੈ ਜਿੱਥੇ ਵਿਸਮਾਦ ਨਹੀਂ ਆਉਂਦਾ। ਹੰਕਾਰੀ ਮਨੁੱਖ ਦੇ ਅੰਦਰ ਵਿਸਮਾਦ ਨਹੀਂ ਹੋਏਗਾ, ਕਿਉਂਕਿ ਹੰਕਾਰ ਵਿੱਚ ਬਦਲਣ ਦੀ ਗੁੰਜਾਇਸ਼ ਨਹੀਂ। ਹੰਕਾਰੀ ਆਪਣੇ ਤੋਂ ਬਿਨਾਂ ਕਿਸੇ ਹੋਰ ਦੀ ਵਡਿਆਈ ਨੂੰ ਕਬੂਲਦਾ ਨਹੀਂ। ਇਹ ਵਿਸਮਾਦ ਵੀ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਸ਼ਲੋਕ ਅੰਦਰ ਵਿਸਮਾਦ ਦਾ ਜ਼ਿਕਰ ਕੀਤਾ ਹੈ। ਹਾਂ, ਜਿਸ ਜੀਵਨ ਵਿੱਚ ਵਿਸਮਾਦ ਹੈ, ਰਸ ਸਵਾਦ ਵੀ ਉਸੇ ਜੀਵਨ 'ਚ ਵਰਤਦਾ ਹੈ। ਤੁਸੀਂ ਵੇਖੋ, ਜੇ ਜੀਵਨ 'ਚ ਵਿਸਮਾਦ ਨਹੀਂ ਤੇ ਜੀਵਨ ਵਿੱਚ ਸਵਾਦ ਵੀ ਨਹੀਂ ਆ ਸਕਦਾ। ਹੰਕਾਰੀ ਮਨੁੱਖ ਦਾ ਜੀਵਨ ਬੇਰਸਾ ਹੁੰਦਾ ਹੈ, ਕੋਈ ਰਸ ਨਹੀਂ ਹੁੰਦਾ, ਕੋਈ ਨਵਾਂਪਨ ਉਸ ਜੀਵਨ 'ਚੋਂ ਨਹੀਂ ਲੱਭ ਸਕਦਾ। ਤੋ ਸਿੱਖੀ ਦਾ ਵਿਸਮਾਦ ਨਾਲ ਬੜਾ ਗਹਿਰਾ ਸੰਬੰਧ ਹੈ। ਵੇਖੋ, ਗੁਰੂ ਨਾਨਕ ਦਾ ਇਹ ਵਿਹੜਾ ਕਿਸੇ ਦਲੀਲਾਂ, ਕਿਸੇ ਹੁਜਤਾਂ ਦੀ ਗੱਲ ਨਹੀਂ ਕਰਦਾ।
ਅਕਾਲ ਪੁਰਖ ਦੀ ਕਲਾ ਨੂੰ ਕਿਸੇ ਲੌਜਿਕ, ਕਿਸੇ ਤਰਕ ਨਾਲ ਆਪਾਂ ਨਾ ਮਾਣ ਸਕਦੇ ਹਾਂ, ਨਾ ਸਮਝ ਸਕਦੇ ਹਾਂ। ਜਿਸ ਜੀਵਨ 'ਚੋਂ ਇਹ ਲੌਜਿਕ, ਤਰਕ, ਆਪਣੀ ਸਿਆਣਪ ਮੁੱਕਦੀ ਹੈ, ਤੇ ਸਿਆਣੇ ਕਿਹਾ ਕਰਦੇ ਨੇ ਦੋ ਅਵਸਥਾਵਾਂ ਵਿਸਮਾਦ ਦੀਆਂ ਹੁੰਦੀਆਂ ਨੇ, ਇੱਕ ਬੱਚਾ, ਇੱਕ ਸੰਤ। ਤੁਸੀਂ ਵੇਖੋ ਬੱਚੇ 'ਚ ਵੀ ਵਿਸਮਾਦ ਹੁੰਦਾ ਹੈ, ਛੋਟੀਆਂ ਛੋਟੀਆਂ ਚੀਜ਼ਾਂ ਨਾਲ ਖੇਡਦਾ ਹੈ। ਰੱਬ ਦੇ ਪਿਆਰੇ ਸੰਤ ਬ੍ਰਹਮ ਗਿਆਨੀ ਵਿੱਚ ਵੀ ਵਿਸਮਾਦ ਹੁੰਦਾ ਹੈ। ਉਹ ਰੱਬ ਦੀ ਕਾਇਨਾਤ ਵੱਲ ਵੇਖ ਕੇ, ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਕਿਸੇ ਨੇ ਪੁੱਛਿਆ ਤੇਰਾ ਰੱਬ ਕਿੱਥੇ ਹੈ? ਭਗਤ ਜੀ ਕਹਿੰਦੇ ਉਹ ਆਕਾਸ਼ ਵਿੱਚ ਤਾਰੇ ਨੇ, ਸੂਰਜ ਹੈ, ਚੰਦਰਮਾ ਹੈ, ਕਿੰਨਾ ਸੋਹਣਾ ਇਹ ਸੰਸਾਰ ਹੈ। ਮੈਂ ਉਸ ਵਾਹਿਗੁਰੂ ਦਾ ਧਿਆਨ ਕਰਦਾ ਇਹਨਾਂ ਚੀਜ਼ਾਂ ਵੱਲ ਵੇਖ ਕੇ ਜਿਨ੍ਹੇ ਇਹ ਬਣਾਇਆ ਹੈ। ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਵੇਖੋ ਸੰਤ ਭਗਤ ਦੇ ਜੀਵਨ 'ਚ ਵਿਸਮਾਦ ਜ਼ਰੂਰ ਹੋਏਗਾ। ਉਹਨੇ ਤਾਰਿਆਂ ਵੱਲ ਵੇਖਿਆ ਤਾਂ ਵਿਸਮਾਦ ਆ ਗਿਆ। ਤਰਕਵਾਦੀ ਬੜੇ ਉਦਾਹਰਨ ਦੇਗਾ। ਉਹ ਕਹੇਗਾ ਵੀ ਸੂਰਜ ਦਾ ਟੁਕੜਾ ਟੁੱਟਾ, ਧਰਤੀ ਬਣੀ, ਠੰਡੀ ਹੋਈ, ਪਾਣੀ ਬਣਿਆ, ਜੀ ਜੰਤ ਬਣੇ, ਬੜੇ ਤਰਕ ਦਲੀਲਾਂ ਹੋਣਗੀਆਂ। ਰੱਬ ਦਾ ਪਿਆਰਾ ਸਿੱਧਾ ਧਿਆਨ ਉਸ ਕਰਤੇ ਵੱਲ ਲੈ ਜਾਂਦਾ ਹੈ। ਐ ਵਾਹਿਗੁਰੂ ਤੂੰ ਕਿਤਨਾ ਮਹਾਨ ਖੂਬਸੂਰਤ ਹੈ, ਜਿਸ ਨੇ ਇਤਨੀ ਮਹਾਨ ਸੋਹਣੀ ਰਚਨਾ ਬਣਾਈ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਆਸਾ ਕੀ ਵਾਰ ਦੇ ਰਹਾਉ ਦੇ ਬੰਦ ਵਿੱਚ ਸਤਿਗੁਰ ਇਸ ਵਿਸਮਾਦ ਨੂੰ ਪ੍ਰਗਟ ਕਰਦੇ ਨੇ। ਤੋ ਇੱਕ ਸੰਤ, ਇੱਕ ਬੱਚਾ ਹੈ, ਉਹ ਵਿਸਮਾਦ ਵਿੱਚ ਹੁੰਦਾ ਹੈ। ਤਰਕਵਾਦੀ ਹੰਕਾਰੀ ਹੈ, ਮੈਂ ਮੇਰੀ ਨਾਲ ਭਰਿਆ ਹੋਇਆ, ਕਦੇ ਵਿਸਮਾਦ ਨੂੰ ਨਹੀਂ ਮਾਣ ਸਕਦਾ, ਤੇ ਉਹਦੇ ਜੀਵਨ 'ਚ ਕੋਈ ਸਵਾਦ ਰਸ ਵੀ ਨਹੀਂ ਰਹਿੰਦਾ। ਮੈਂ ਬੇਨਤੀ ਕਰਾਂ, ਸਿੱਖੀ ਦਾ ਸੰਬੰਧ ਵਿਸਮਾਦ ਨਾਲ ਹੈ। ਤੇ ਜਿਹੜਾ ਅਸੀਂ ਨਾਮ ਜਪਦੇ ਹਾਂ ਨਾ ਵਾਹਿਗੁਰੂ, ਇਹ ਨਾਮ ਵੀ ਵਿਸਮਾਦਕ ਨਾਮ ਹੈ। ਵਾਹ ਕੀ ਹੈ? ਵਿਸਮਾਦ ਹੈ। ਵਾਹ ਆਪਾਂ ਕਹਿੰਦੇ ਹਾਂ। ਵਾਹਿਗੁਰੂ ਨਾਮ ਵੀ ਵਿਸਮਾਦਕ ਨਾਮ ਹੈ। ਜਾਤੀਵਾਚਕ ਨਾਮ ਨਹੀਂ, ਕਰਮਵਾਚਕ ਨਾਮ ਨਹੀਂ। ਵਾਹਿਗੁਰੂ ਵਿਸਮਾਦਕ ਨਾਮ ਹੈ। ਜਦੋਂ ਗੁਰੂ ਕੇ ਬੋਧ ਨੂੰ ਅਸੀਂ ਆਪਣੇ ਅਨੁਭਵ ਦੇ ਵਿੱਚ ਲਿਆਉਂਦੇ ਹਾਂ, ਫਿਰ ਜੀਵਨ 'ਚ ਵਾਹ ਵਿਸਮਾਦ ਪ੍ਰਗਟ ਹੁੰਦਾ ਹੈ। ਫਿਰ ਉਹ ਅਵਸਥਾ ਹੈ ਜੋ ਭੱਟ ਸਾਹਿਬਾਨਾਂ ਨੇ ਆਖੀ ਹੈ, ਵਾਹ ਵਾਹ ਕਾ ਵੱਡਾ ਤਮਾਸ਼ਾ, ਆਪੇ ਹੱਸੈ ਆਪ ਹੀ ਜਿਤਵੈ, ਆਪੇ ਚੰਦ ਸੂਰ ਪ੍ਰਗਾਸਾ, ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਘਟ ਘਟ ਬਾਸਾ, ਆਪੇ ਨਰ ਆਪ ਹੀ ਨਾਰੀ, ਆਪ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹ ਵਾਹ ਕਾ ਬੜਾ ਤਮਾਸ਼ਾ। ਉੱਥੇ ਵਿਸਮਾਦ ਜ਼ਰੂਰ ਪ੍ਰਗਟ ਹੋਏਗਾ। ਤੋ ਧੰਨ ਗੁਰੂ ਨਾਨਕ ਸਤਿਗੁਰੂ ਜੀ ਉਸ ਵਿਸਮਾਦ ਦਾ ਪ੍ਰਗਟਾਵਾ ਕਰ ਰਹੇ ਨੇ ਇਸ ਪਹਿਲੇ ਸ਼ਲੋਕ ਅੰਦਰ। ਸ਼ਲੋਕ ਮਹਿਲਾ ਪਹਿਲਾ। ਵਿਸਮਾਦ ਨਾਦ। ਨਾਦ ਦਾ ਅਰਥ ਹੁੰਦਾ ਹੈ ਆਵਾਜ਼। ਕਿੱਡੀ ਹੈਰਾਨੀ ਦੀ ਗੱਲ ਹੈ, ਜਿੰਨੇ ਆਪਾਂ ਬੈਠੇ ਹਾਂ, ਸਾਡੇ ਸਭਨਾਂ ਦੀ ਆਵਾਜ਼ ਵੱਖੋ ਵੱਖ ਹੈ। ਬਾਹਰੋਂ ਕੋਈ ਆਵਾਜ਼ ਮਾਰਦਾ, ਬੰਦਾ ਇੱਕਦਮ ਸਮਝ ਜਾਂਦਾ ਹੈ ਮੇਰੀ ਧੀ ਹੈ, ਮੇਰਾ ਪੁੱਤ ਹੈ, ਮੇਰਾ ਮਿੱਤਰ ਹੈ, ਮੇਰਾ ਪਤੀ ਹੈ, ਮੇਰਾ ਪਿਤਾ ਹੈ। ਕਿਤਨੀ ਵਿਸਮਾਦਕ ਵਾਹਿਗੁਰੂ ਅਕਾਲ ਪੁਰਖ ਦੀ ਇਹ ਕਲਾ ਹੈ ਨਾਦ ਰੂਪ ਦੇ ਅੰਦਰ। ਕਿੰਨੇ ਜੀ ਜੰਤ ਨੇ, ਕਿੰਨੇ ਪ੍ਰਕਾਰ ਦਾ ਨਾਦ ਹੈ, ਕਿੱਡੇ ਵਿਸਮਾਦ ਦੀ ਗੱਲ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵੇਦ ਧਾਰਮਿਕ ਗ੍ਰੰਥ ਸਨਾਤਨ ਮਤ ਦੇ। ਕਿੱਡੇ ਵਿਸਮਾਦ ਦੀ ਗੱਲ ਹੈ। ਉਹਨਾਂ ਦੀ ਵਿਚਾਰਧਾਰਾ ਰਲਦੀ ਨਹੀਂ। ਯੁਜੁਰਵੇਦ ਦੀ ਵਿਚਾਰ ਵੱਖਰੀ ਹੈ, ਅਥਰਵੇਦ ਦੀ ਵੱਖਰੀ ਹੈ, ਸਾਮਵੇਦ ਦੀ ਵੱਖਰੀ ਹੈ। ਹੁਣ ਵੇਖੋ,
ਸ਼ਾਸਤਰਾਂ ਦੀ ਵੱਖਰੀ ਵਿਚਾਰ ਹੈ। ਮੇਰੇ ਗੁਰਦੇਵ ਕਹਿੰਦੇ ਕਿੱਡਾ ਵਿਸਮਾਦ ਹੈ। ਜਿੰਨੇ ਵੇਦ ਨੇ ਗੁਰਦੇਵ ਜੀ ਕਹਿੰਦੇ ਇਹ ਵੀ ਇੱਕ ਬੜੀ ਮਾਲਕ ਤੇਰੀ ਵਿਸਮਾਦੀ ਦਾਤ ਹੈ। ਕਿੰਨੇ ਰੂਪ ਦੇ ਅੰਦਰ ਤੂੰ ਕਿਸ ਤਰ੍ਹਾਂ ਦੀ ਵਿਚਾਰ ਪ੍ਰਗਟ ਕੀਤੀ ਹੈ। ਵਿਸਮਾਦ ਜੀ ਵਿਸਮਾਦ ਭੇਦ, ਜਿੰਨੇ ਜੀ ਜੰਤ ਨੇ ਕਿਤਨੀ ਵਿਸਮਾਦ ਦੀ ਗੱਲ ਹੈ। ਉਹਨਾਂ ਦਾ ਰੂਪ ਰਲਦਾ ਨਹੀਂ। ਕਾਂ ਵੱਖਰਾ ਹੈ, ਚਿੜੀ ਵੱਖਰੀ ਹੈ, ਹਾਥੀ ਵੱਖਰਾ ਹੈ, ਕੀੜੀ ਵੱਖਰੀ ਹੈ। ਵਿਸਮਾਦ ਭੇਦ, ਭੇਦ ਦਾ ਅਰਥ ਹੈ ਫਰਕ, ਵੈਰਾਈਟੀਆਂ, ਭਿੰਨਤਾ। ਕਿੱਡੀ ਹੈਰਾਨੀ ਦੀ ਗੱਲ ਹੈ, ਜੀਵਾਂ ਵਿੱਚ ਕਿਤਨੀ ਭੇਦਤਾ, ਵਿਲੱਖਣਤਾ ਮਾਲਕ ਵਾਹਿਗੁਰੂ ਹੈ। ਇਹ ਬੜਾ ਵੱਡਾ ਵਿਸਮਾਦ ਹੈ। ਵਿਸਮਾਦ ਰੂਪ, ਵਿਸਮਾਦ ਰੰਗ। ਕਿੰਨਾ ਰੂਪ ਰੰਗ ਇਹ ਸਾਡੀਆਂ ਅੱਖਾਂ ਨਾਲ ਸੰਬੰਧਿਤ ਹੈ। ਕਿੰਨੇ ਪ੍ਰਕਾਰ ਦਾ ਰੂਪ ਹੈ, ਕਿੰਨੇ ਪ੍ਰਕਾਰ ਦਾ ਰੰਗ ਹੈ, ਇੱਕੋ ਜਿਹਾ ਨਹੀਂ। ਇਹ ਹਰ ਕਾ ਬਾਗਰਾ ਕਿਤਨਾ ਗੁਰਮੁਖੋ ਪਿਆਰਾ ਸੋਹਣਾ ਅਦਭੁਤ ਹੈ, ਜਿਹਦੇ ਅੰਦਰ ਉਹ ਕਰਤੇ ਮਾਲਕ ਵਾਹਿਗੁਰੂ ਨੇ ਆਪਣਾ ਆਸਣ ਲਾਇਆ ਹੋਇਆ ਹੈ। ਕਿਤਨੀ ਭਿੰਨਤਾ ਹੈ। ਤੋ ਗੁਰਦੇਵ ਕਹਿੰਦੇ ਕਿੰਨੇ ਰੰਗ ਕਿੰਨੇ ਰੂਪ ਨੇ। ਵਿਸਮਾਦ ਨਾਂਗੇ ਫਿਰੈ ਜੰਤ, ਆਪਾਂ ਮਨੁੱਖ ਬਸਤਰ ਪਾਉਂਦੇ ਆ, ਤੇ ਕਿੰਨੇ ਜਾਨਵਰ ਜੀ ਜੰਤ ਨੇ ਉਹ ਨੰਗੇ ਤੁਰੇ ਫਿਰਦੇ ਨੇ। ਸਾਰਾ ਜੀਵਨ ਉਹਨਾਂ ਦਾ ਕੁਦਰਤ ਮੁਤਾਬਕ ਹੀ ਚਲਾ ਜਾਂਦਾ ਹੈ। ਇਹ ਵੀ ਬੜੇ ਵਿਸਮਾਦ ਦੀ ਵਿਲੱਖਣਤਾ ਹੈ ਮਾਲਕ ਵਾਹਿਗੁਰੂ। ਵਿਸਮਾਦ ਪੌਣ, ਵਿਸਮਾਦ ਪਾਣੀ। ਪੌਣ ਵੀ ਵਿਸਮਾਦ ਹੈ, ਦਿਖਦੀ ਨਹੀਂ ਪਰ ਹੈ। ਆਪਾਂ ਨੂੰ ਸਪਰਸ਼ ਕਰਦੀ ਹੈ, ਪਰ ਜਿਹਦਾ ਕੋਈ ਰੂਪ, ਜਿਹਦਾ ਕੋਈ ਰੰਗ ਨਹੀਂ। ਰੂਪ ਰੰਗ ਵੀ ਬੜੇ ਵੱਖਰੇ ਨੇ, ਪਰ ਉਹ ਚੀਜ਼ਾਂ ਵੀ ਬੜੀਆਂ ਵੱਖਰੀਆਂ ਨੇ ਜਿਨ੍ਹਾਂ ਦਾ ਰੂਪ ਰੰਗ ਹੀ ਨਹੀਂ। ਪੌਣ ਕਿੰਨੇ ਪ੍ਰਕਾਰ ਦੀ ਹੈ, ਗੈਸਾਂ ਕਿੰਨੇ ਪ੍ਰਕਾਰ ਦੀਆਂ ਨੇ। ਆਕਸੀਜਨ ਵੱਖਰੀ ਹੋਏਗੀ, ਹਾਈਡਰੋਜਨ ਵੱਖਰੀ ਹੋਏਗੀ, ਮਿਥੇਨ ਗੈਸ ਵੱਖਰੀ ਹੋਏਗੀ, ਕਾਰਬਨ ਵੱਖਰੀ ਹੈ। ਕਿੰਨਾ ਇਹ ਵਿਸਮਾਦ ਹੈ। ਸਾਹਿਬ ਕਹਿੰਦੇ ਵਿਸਮਾਦ ਪਾਣੀ। ਪਾਣੀ ਵੀ ਬੜੇ ਵਿਸਮਾਦ ਦੀ ਗੱਲ। ਆਪਾਂ ਤੇ ਕਹਿਤਾ ਆਕਸੀਜਨ ਹਾਈਡਰੋਜਨ ਰਲਦੀ ਹੈ, ਪਾਣੀ ਬਣ ਜਾਂਦਾ ਹੈ। ਪਰ ਰੱਬ ਦਾ ਪਿਆਰਾ ਸੋਚੇਗਾ ਵੀ ਆਕਸੀਜਨ ਕਿੱਥੋਂ ਆਈ, ਹਾਈਡਰੋਜਨ ਕਿੱਥੋਂ ਆਈ। ਰੱਬ ਦਾ ਪਿਆਰਾ ਹਰੇਕ ਵਰਤਰੀ ਘਟਨਾ ਚੋਂ ਧਿਆਨ ਕਰਤੇ ਵੱਲ ਲੈ ਕੇ ਜਾਂਦਾ, ਤਾਂ ਜੋ ਜੀਵਨ ਤਾਂ ਹੀ ਵਿਸਮਾਦ ਹੈ, ਤਾਂ ਹੀ ਜੀਵਨ 'ਚ ਖੇੜਾ ਆਏਗਾ। ਤੋ ਪਾਣੀ ਬੜਾ ਵਿਸਮਾਦ ਹੈ। ਵਿਸਮਾਦ ਅਗਨੀ ਖੇਡੈ ਵਿਡਾਣੀ। ਅੱਗ ਕਿੰਨੇ ਰੂਪ ਦੇ ਅੰਦਰ ਖੇਡਾਂ ਖੇਡ ਰਹੀ ਹੈ। ਪੇਟ ਦੇ ਵਿੱਚ ਅੱਗ ਵੱਖਰੀ ਹੈ, ਦਾਵਾ ਅਗਨ ਜੰਗਲ ਦੀ ਅੱਗ ਉਹ ਵੱਖਰੀ ਹੈ, ਜਠਰਾ ਅਗਨ ਪੇਟ ਦੀ ਅੱਖ ਵੱਖਰੀ ਹੈ, ਜਕਾਰਤਾ ਅਗਨ ਆਕਾਸ਼ ਬੱਦਲ ਗੱਜਦੇ ਨੇ ਅੱਗ ਚਮਕਦੀ ਵੱਖਰੀ ਹੈ, ਸਮੁੰਦਰ ਦੇ ਵਿੱਚ ਜਵਾਲਾਮੁਖੀ ਉੱਠਦੇ ਨੇ ਉਹ ਅੱਗ ਵੱਖਰੀ ਹੈ, ਤ੍ਰਿਸ਼ਨਾ ਦੀ ਅੱਗ ਹੋਰ ਹੈ, ਚਿੰਤਾ ਦੀ ਅੱਗ ਹੋਰ ਹੈ, ਮਾਇਆ ਦੀ ਅੱਗ ਹੋਰ ਹੈ। ਕਿੰਨੇ ਪ੍ਰਕਾਰ ਦੀ ਤਪਸ਼ ਹੈ। ਸਤਿਗੁਰ ਕਹਿੰਦੇ ਵਾਹਿਗੁਰੂ ਇਹ ਵੀ ਬੜਾ ਵਿਸਮਾਦ ਹੈ। ਵਿਸਮਾਦ ਅਗਨੀ ਖੇਡੈ ਵਿਡਾਣੀ। ਵਿਸਮਾਦ ਧਰਤੀ, ਵਿਸਮਾਦ ਖਾਣੀ। ਆ ਧਰਤੀ ਵਿਸਮਾਦ ਹੈ। ਬੜਿਆਂ ਨੇ ਕਿਹਾ ਸੀ ਕਿ ਧਰਤੀ ਦੇ ਥੱਲੇ ਬਲਦ ਹੈ, ਉਹਦੇ ਥੱਲੇ ਫੇਰ ਧਰਤੀ, ਫੇਰ ਬਲਦ। ਗੁਰੂ ਨਾਨਕ ਸਾਹਿਬ ਨੇ ਕਿਹਾ ਭਲਿਓ ਤੁਸੀਂ ਰੱਬੀ ਵਿਸਮਾਦ ਦਾ ਆਨੰਦ ਕਿਉਂ ਨਹੀਂ ਮਾਣਦੇ? ਇਹ ਕਿਉਂ ਨਹੀਂ ਕਬੂਲ ਕਰਦੇ ਵੀ ਧਰਤੀ ਰੱਬ ਦੀ ਕਲਾ ਦੇ ਉੱਤੇ ਖਲੋਤੀ ਹੈ? ਧੌਲ ਧਰਮ ਦਇਆ ਕਾ ਪੂਤ। ਧੌਲ ਧਰਮ, ਧੌਲ ਦਾ ਅਰਥ ਹੈ ਬਲਦ। ਗੁਰਦੇਵ ਕਹਿੰਦੇ ਉਹ ਬਲਦ ਨਹੀਂ ਹੈ ਜਿਹੜਾ ਤੁਸੀਂ ਮੰਨਦੇ ਹੋ। ਗੁਰਦੇਵ ਕਹਿੰਦੇ ਜੇ ਬਲਦ ਹੈ ਵਾਹਿਗੁਰੂ ਦਾ ਬਣਾਇਆ ਨਿਜ਼ਾਮ ਹੈ, ਉਹੀ ਧੌਲ ਹੈ ਜਿਹੜਾ ਰੱਬੀ ਦਇਆ ਚੋਂ ਪ੍ਰਗਟ ਹੋਇਆ ਹੈ। ਜਿੰਨਾ ਕੁਝ ਵੀ ਪ੍ਰਗਟਾਵਾ ਹੈ ਨਾ, ਇਹ ਰੱਬੀ ਦਇਆ ਦਾ ਪ੍ਰਗਟਾਵਾ ਹੈ। ਗੁਰਦੇਵ ਕਹਿੰਦੇ ਜਿਹਦੇ ਚੋਂ ਏਡੀ ਸੋਹਣੀ ਸਿਰਜਣਾ,
ਜੇ ਆਪਾਂ ਇਹ ਮੰਨਾਂਗੇ ਵੀ ਧਰਤੀ ਦੇ ਥੱਲੇ ਬਲਦ ਹੈ, ਫਿਰ ਧਰਤੀ, ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜ਼ੋਰ। ਭਾਈ ਤੁਸੀਂ ਅੰਤ ਪਾਉਣ ਦੀ ਬਜਾਏ ਉਸ ਬੇਅੰਤ ਦੀ ਵਿਚਿੱਤਰਤਾ ਨੂੰ ਇਸ ਕਾਦਰ ਦੀ ਕੁਦਰਤ ਵਿੱਚੋਂ ਮੰਨਣਾ ਕਰੋ। ਤੇ ਵਿਸਮਾਦ ਹੀ ਹੈ, ਧਰਤੀ ਥੱਲੇ ਕੋਈ ਥੰਮ ਨਹੀਂ, ਆਪਾਂ ਸਪੇਸ ਵਿੱਚ ਘੁੰਮ ਰਹੇ ਹਾਂ, ਵਿਸਮਾਦ ਹੀ ਹੈ ਨਾ। ਕਿੱਡੀ ਹੈਰਾਨੀ ਦੀ ਗੱਲ ਹੈ। ਤੋ ਸਾਹਿਬ ਕਹਿੰਦੇ ਵਿਸਮਾਦ ਖਾਣੀ, ਖਾਣੀ ਦਾ ਅਰਥ ਹੈ ਜਿੱਥੋਂ ਕੁਝ ਪੈਦਾ ਹੋ ਰਿਹਾ ਹੈ। ਕੋਈ ਜੀਵ ਪੇਟ ਚੋਂ ਪੈਦਾ ਹੋ ਰਹੇ ਨੇ, ਕੋਈ ਅੰਡਿਆਂ ਚੋਂ ਪੈਦਾ ਹੋ ਰਹੇ ਨੇ, ਕੋਈ ਪਾਣੀ ਚੋਂ, ਕੋਈ ਧਰਤੀ ਚੋਂ, ਕੋਈ ਪੜਾਸ ਚੋਂ। ਕਿਤਨੀ ਹੈਰਾਨੀ ਦੀ ਗੱਲ ਹੈ। ਕਿੰਨੇ ਪ੍ਰਕਾਰ ਦੀਆਂ ਖਾਣੀਆਂ ਨੇ ਜਿੱਥੋਂ ਜੀਵਨ ਪੈਦਾ ਹੋ ਰਿਹਾ ਹੈ। ਇਹ ਵੀ ਬੜਾ ਵਿਸਮਾਦ ਹੈ। ਵਿਸਮਾਦ ਸਾਧ ਲੱਗੈ ਪ੍ਰਾਣੀ, ਇਹ ਵੀ ਵਿਸਮਾਦ ਹੈ। ਪ੍ਰਾਣੀਆਂ ਨੂੰ ਕਿੰਨਾ ਸਵਾਦ, ਕਿੰਨਾ ਰਸ, ਕਿੰਨੇ ਚਸਕੇ ਲੱਗੇ ਨੇ। ਕਿਸੇ ਨੂੰ ਕੋਈ ਰੂਪ ਚੰਗਾ ਲੱਗਦਾ ਹੈ, ਕਿਸੇ ਨੂੰ ਰੰਗ ਚੰਗਾ ਲੱਗਦਾ ਹੈ, ਕਿਸੇ ਨੂੰ ਕੋਈ ਪਦਾਰਥ ਚੰਗਾ ਲੱਗਦਾ ਹੈ, ਕਿਸੇ ਨੂੰ ਕਿਸੇ ਰੂਪ ਦੇ ਅੰਦਰ ਰਸ ਹੈ, ਕਿਸੇ ਨੂੰ ਕਿਸੇ ਰੂਪ ਦੇ ਅੰਦਰ ਹੈ। ਬੜੇ ਵਿਸਮਾਦ ਦੀ ਖੇਡ ਹੈ ਜਿਹੜੀ ਇਸ ਧਰਤੀ ਦੇ ਤਖਤ ਤੇ ਖੇਡੀ ਜਾ ਰਹੀ ਹੈ। ਤੋ ਕਈ ਪ੍ਰਕਾਰ ਦੇ ਸਾਦ, ਰਸ, ਚਸਕੇ ਪ੍ਰਾਣੀਆਂ ਨੂੰ ਨੇ। ਇਹ ਵੀ ਸਾਹਿਬ ਕਹਿੰਦੇ ਵਿਸਮਾਦ ਹੈ। ਵਿਸਮਾਦ ਸੰਜੋਗ, ਵਿਸਮਾਦ ਵਿਜੋਗ। ਤੁਸੀਂ ਵੇਖੋ ਇਸੇ ਸ਼ਹਿਰ 'ਚ ਅੱਜ ਕਈਆਂ ਦੇ ਘਰ ਵਿਆਹ ਹੋਣਗੇ ਤੇ ਕਈਆਂ ਦੇ ਘਰ ਮਕਾਨਾਂ ਹੋਣਗੀਆਂ। ਕਈ ਰੋ ਰਹੇ ਹੋਣਗੇ ਸਾਡੇ ਘਰ ਦਾ ਜੀ ਚਲਾ ਗਿਆ, ਕਈ ਖੁਸ਼ੀ ਮਨਾ ਰਹੇ ਹੋਣਗੇ ਵੀ ਸਾਡੇ ਘਰ ਧੀ ਆ ਗਈ, ਸਾਡੇ ਘਰ ਪੁੱਤ ਆ ਗਿਆ ਹੈ। ਕਿਸੇ ਘਰੋਂ ਡੋਲੀ ਜਾ ਰਹੀ ਹੈ, ਕਿਸੇ ਘਰੋਂ ਅਰਥੀ ਜਾ ਰਹੀ ਹੈ। ਵਿਸਮਾਦ ਹੈ, ਕਦੇ ਸੰਜੋਗ ਹੈ, ਕਦੇ ਵਿਜੋਗ ਹੈ। ਕੋਈ ਹੱਸ ਰਿਹਾ ਹੈ, ਕੋਈ ਰੋ ਰਿਹਾ ਹੈ। ਹੈਰਾਨੀ ਹੁੰਦੀ ਹੈ ਕਈ ਵਾਰ ਜਦੋਂ ਵੀਕਐਂਡ ਤੇ ਜ਼ਿਆਦਾ ਸਮਾਗਮ ਹੁੰਦੇ ਨੇ ਗੁਰੂ ਘਰਾਂ 'ਚ। ਹੈਰਾਨੀ ਹੁੰਦੀ ਹੈ ਰਾਗੀ ਸਿੰਘ ਜਦੋਂ ਕਿਸੇ ਦੀ ਮਰਗਤ ਦਾ ਪ੍ਰੋਗਰਾਮ ਕਰਕੇ ਹਟਦੇ ਨੇ, ਨਾਲ ਹੀ ਵਿਆਹ ਦੀਆਂ ਲਾਵਾਂ ਪੜ੍ਹ ਰਹੇ ਹੁੰਦੇ ਨੇ। ਵਿਸਮਾਦ ਹੀ ਹੈ। ਇਹ ਵੀ ਮਾਲਕ ਵਾਹਿਗੁਰੂ ਸੰਜੋਗ ਵਿਜੋਗ ਜਿਹੜਾ ਤੇਰੇ ਹੁਕਮ 'ਚ ਵਰਤ ਰਿਹਾ ਹੈ, ਕਿਤੇ ਕੁਝ ਮਿਲ ਰਿਹਾ ਹੈ, ਕਿਤੇ ਕੁਝ ਵਿਛੜ ਰਿਹਾ ਹੈ। ਇਹ ਵੀ ਬੜਾ ਵਿਸਮਾਦ ਹੈ। ਵਿਸਮਾਦ ਭੁੱਖ, ਵਿਸਮਾਦ ਭੋਗ, ਬੜਾ ਵਿਸਮਾਦ ਹੈ। ਕਈ ਭੁੱਖੇ ਨੇ ਵਿਚਾਰੇ। ਆ ਤੁਸੀਂ ਵੇਖੋ ਅੱਗੇ ਜਾ ਕੇ ਕਈ ਸੜਕਾਂ ਤੇ ਸੁੱਤੇ ਨੇ। ਇਹ ਵੀ ਵਿਸਮਾਦ ਹੈ। ਕਈ ਲਗਜ਼ਰੀ ਗੱਡੀਆਂ ਤੇ ਜਾ ਰਹੇ ਨੇ। ਕੋਈ ਇੱਕ ਦਿਨ 'ਚ ਲੱਖਾਂ ਖਰਚ ਦਿੰਦਾ ਇੱਕ ਦਿਨ 'ਚ, ਕਿ ਕਿਸੇ ਨੂੰ ਇੱਕ ਦਿਨ 'ਚ ਰੋਟੀ ਖਾਣ ਜੋਗਾ ਪੈਸਾ ਨਹੀਂ ਹੁੰਦਾ। ਵਿਸਮਾਦ ਹੈ ਨਾ। ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਭਗਤ ਜੀ ਕਹਿੰਦੇ ਇੱਕ ਪਾਸੇ ਉੱਚੀ ਅਟਾਰੀ ਮਹੱਲ ਹੈ, ਸੋਹਣੇ ਗਲੀਚੇ ਨੇ, ਛਾਲ ਨੇ, ਕੱਪੜੇ ਨੇ, ਇੱਕ ਪਾਸੇ ਗਰੀ ਹੋਈ ਗੋਦੜੀ ਹੈ। ਕਿੱਡੀ ਹੈਰਾਨੀ ਦੀ ਗੱਲ ਹੈ। ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ। ਬੜਾ ਵਿਸਮਾਦ ਹੈ। ਕਈ ਪ੍ਰਕਾਰ ਦੇ ਪਰਮਾਤਮਾ ਵਾਹਿਗੁਰੂ ਦੀ ਸਿਫਤ ਕਰਨ ਵਾਲੇ ਰੱਬ ਦੇ ਪਿਆਰੇ ਨੇ। ਰੱਬ ਦੀ ਸਿਫਤ ਸਲਾਹ ਵੀ ਇੱਕ ਵਿਸਮਾਦ ਹੈ। ਕਦੋਂ ਤੋਂ ਆਪਾਂ ਕਰ ਰਹੇ ਹਾਂ, ਅੰਤ ਅਜੇ ਤੱਕ ਕਿਸੇ ਨੇ ਨਹੀਂ ਪਾਇਆ। ਕਦੋਂ ਤੋਂ ਪੜ੍ਹ ਰਹੇ ਹਾਂ, ਕਦੋਂ ਤੋਂ ਸੁਣ ਰਹੇ ਹਾਂ। ਤੇ ਕਿੱਡੇ ਵਿਸਮਾਦ ਦੀ ਗੱਲ ਹੈ ਗੁਰਮੁਖ ਪਿਆਰਿਓ। ਕਹਿ ਕਹਿ ਕੇ, ਪੜ੍ਹ ਪੜ੍ਹ ਕੇ, ਸੁਣ ਸੁਣ ਕੇ ਵੀ ਉਹਦਾ ਕੋਈ ਸਿਫਤ ਸਲਾਹ ਦਾ ਅੰਤ ਨਹੀਂ ਹੈ। ਬੜਾ ਵਿਸਮਾਦ ਹੈ। ਗੁਰੂਦੇਵ ਜੀ ਕਹਿੰਦੇ ਸਿਫਤ ਵਿਸਮਾਦ ਸਲਾਹ ਹੈ। ਵਿਸਮਾਦ ਉੱਜੜ, ਵਿਸਮਾਦ ਰਾਹ। ਬੜਾ ਵਿਸਮਾਦ ਹੈ। ਕੋਈ ਉਜੜ ਪਿਆ ਹੋਇਆ ਹੈ, ਕੋਈ ਧਰਮ ਦੇ ਰਾਹ ਤੇ ਤੁਰਦਾ, ਨਿੱਤਾ ਪ੍ਰਤੀ ਸੇਵਾ ਨਾਲ, ਬਾਣੀ ਨਾਲ, ਗੁਰਚਰਨਾਂ ਨਾਲ, ਰੱਬੀ ਭਾਣੇ ਨਾਲ ਜੁੜਿਆ ਹੈ। ਇਹ ਵੀ ਵਿਸਮਾਦ ਹੈ। ਵਿਸਮਾਦ ਨੇੜੇ, ਵਿਸਮਾਦ ਦੂਰ। ਕੋਈ ਕਹਿੰਦੇ ਨੇ ਵਾਹਿਗੁਰੂ ਨੇੜੇ ਹੈ, ਇਹ ਵੀ ਵਿਸਮਾਦ ਹੈ।
ਕੋਈ ਕਹਿੰਦੇ ਨੇ ਬਹੁਤ ਦੂਰ ਹੈ, ਇਹ ਵੀ ਵਿਸਮਾਦ ਹੈ। ਨੇੜੇ ਤੋਂ ਨੇੜੇ ਹੈ ਵਾਹਿਗੁਰੂ, ਦੂਰ ਤੋਂ ਦੂਰ ਹੈ, ਵਿਸਮਾਦ ਹੈ ਨਾ। ਨੇੜੇ ਤੋਂ ਨੇੜੇ ਹੈ ਜੋਤ ਕਰਕੇ ਯਾਦ ਕਰਕੇ, ਦੂਰ ਤੋਂ ਦੂਰ ਹੈ। ਸਾਡੇ ਕਰਮ ਇੰਦਰੇ, ਸਾਡੇ ਗਿਆਨ ਇੰਦਰੇ ਕਦੇ ਨਹੀਂ ਉਹਨੂੰ ਪਕੜ ਸਕਦੇ। ਉਹ ਅਗੰਮ ਹੈ, ਉਹ ਅਗੋਚਰ ਹੈ, ਸਾਡੀਆਂ ਅੱਖਾਂ ਦੀ ਪਕੜ ਤੋਂ ਦੂਰ ਹੈ, ਸਾਡੇ ਬੋਲਾਂ ਦੀ ਪਕੜ ਤੋਂ ਦੂਰ ਹੈ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਣ ਵਡਾਈ। ਦੂਰ ਤੋਂ ਦੂਰ, ਨੇੜੇ ਤੋਂ ਵਾਹਿਗੁਰੂ ਤੂੰ ਨੇੜੇ ਹੈ। ਤੋ ਇਹ ਵੀ ਹੈ, ਕਿਸੇ ਨੇ ਦੂਰ ਕਰਕੇ ਜਾਣਿਆ, ਕਿਸੇ ਨੇ ਨੇੜੇ ਕਰਕੇ ਜਾਣਿਆ। ਬੜਾ ਵਿਸਮਾਦ ਹੈ। ਵਿਸਮਾਦ ਦੇਖੈ ਹਾਜ਼ਰਾ ਹਜ਼ੂਰ। ਬੜਾ ਵਿਸਮਾਦ ਹੈ ਜਿਹੜਾ ਮਾਲਕ ਵਾਹਿਗੁਰੂ ਸਭਨਾਂ ਦੇ ਅੰਦਰ ਵਰਤ ਕੇ ਹਾਜ਼ਰ ਹਜ਼ੂਰ ਦੇਖ ਰਿਹਾ ਹੈ, ਸੰਭਾਲ ਰਿਹਾ ਹੈ, ਬੁੱਝ ਰਿਹਾ ਹੈ, ਸਾਨੂੰ ਚੰਗੀ ਤਰ੍ਹਾਂ ਜਾਣਨ ਵਾਲਾ ਹੈ। ਵੇਖ ਵਿਡਾਣ ਰਹਿਆ ਵਿਸਮਾਦ। ਇਸ ਵਾਹਿਗੁਰੂ ਦੇ ਵਿਡਾਣ ਨੂੰ ਮਾਣ ਕੇ ਗੁਰਦੇਵ ਕਹਿੰਦੇ ਮੇਰੇ ਅੰਦਰ ਸਦਾ ਵਿਸਮਾਦ ਹੈ, ਆਨੰਦ ਹੈ, ਚਰਨਾਹਟ ਛਿੜ ਜਾਂਦੀ ਹੈ। ਗੁਰਮੁਖ ਪਿਆਰਿਓ, ਰੱਬ ਦੇ ਪਿਆਰੇ 'ਚ ਦਾਤ ਜ਼ਰੂਰ ਵਰਤਦੀ ਹੈ ਵਿਸਮਾਦ ਦੀ। ਤਾਂ ਹੀ ਵਾਹ ਵਾਹ ਕਹੇਗਾ ਨਾ, ਤਾਂ ਹੀ ਚੇਤੇ ਆਉਂਦਾ ਹੈ ਵਾਹ ਵਾਹ ਕਾ ਬੜਾ ਤਮਾਸ਼ਾ। ਤੇ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ ਵਾਹਿਗੁਰੂ ਇਹ ਬੜੇ ਅਸਚਰਜ ਕੌਤਕ ਨੇ ਇਸ ਇਲਾਹੀ ਤਮਾਸ਼ੇ ਨੂੰ ਵੇਖ ਕੇ। ਆ ਜਿਹੜਾ ਵਰਤ ਰਿਹਾ, ਜਿੰਨੀ ਕੁਦਰਤ ਹੈ ਗੁਰਮੁਖੋ ਇਹ ਗਿਆਨ ਹੈ। ਇਸ ਕਾਦਰ ਦੀ ਕੁਦਰਤ ਚੋਂ ਗੁਰੂ ਰਾਹੀਂ ਜਦੋਂ ਰੱਬ ਦਾ ਧਿਆਨ ਵੱਜ ਜਾਂਦਾ ਹੈ ਨਾ, ਫਿਰ ਮੁਬਾਰਕ ਹੈ ਸਭ ਕੁਝ। ਤੋ ਨਾਨਕ ਬੁੱਝਣ ਪੂਰੈ ਭਾਗ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਚੰਗੇ ਭਾਗ ਨੇ, ਵੱਡੇ ਭਾਗਾਂ ਵਾਲੇ ਹੀ ਇਸ ਗੱਲ ਨੂੰ ਬੁੱਝਦੇ ਨੇ। ਇਹ ਗੱਲ ਉਹਨਾਂ ਦੇ ਅਨੁਭਵ ਸਮਝ ਵਿੱਚ ਆਉਂਦੀ ਹੈ। ਅਗਲੇ ਸ਼ਲੋਕ ਅੰਦਰ ਸਤਿਗੁਰੂ ਇਸੇ ਭਾਵ ਨੂੰ ਪ੍ਰਗਟ ਕਰਦੇ ਨੇ। ਮਹਿਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਕੁਦਰਤ ਦਾ ਅਰਥ ਹੈ ਕਲਾ। ਦੋ ਚੀਜ਼ਾਂ ਨੇ, ਇੱਕ ਸੱਤ ਹੈ, ਇੱਕ ਸੱਤਾ ਹੈ। ਸੱਤ ਵਾਹਿਗੁਰੂ ਹੈ, ਸੱਤਾ ਉਹਦੀ ਕੁਦਰਤ ਹੈ। ਜਿੰਨੀ ਇਹ ਸੱਤਾ ਹੈ, ਇਹ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਸੱਤ ਦੀ ਕਲਾ ਹੈ। ਇਹ ਜਿੰਨੀ ਸੱਤ ਹੈ, ਤੋ ਗੁਰਮੁਖੋ ਸਿੱਖ ਦਾ ਧਿਆਨ ਸੱਤਾ ਤੇ ਨਹੀਂ ਰੁਕਦਾ, ਸੱਤ ਵੱਲ ਚਲਾ ਜਾਂਦਾ ਹੈ। ਕੁਦਰਤ ਨੂੰ ਨਮਿੱਤ ਬਣਾ ਕੇ ਉਸ ਨਿੱਤ ਦੀ ਸੋਝੀ ਜੀਵਨ 'ਚ ਪ੍ਰਾਪਤ ਕਰ ਲੈਣਾ, ਜਿਸ ਦਾ ਜ਼ਿਕਰ ਸਾਹਿਬ ਜੀ ਕਰਦੇ ਨੇ। ਕੁਦਰਤ ਦਿਸੈ ਕੁਦਰਤ ਸੁਣੀਐ। ਆ ਰੱਬ ਦੀ ਕਲਾ ਦਿਸ ਰਹੀ ਹੈ। ਇੱਕ ਸ਼ਾਹ ਸ਼ਰਫ ਫਕੀਰ ਹੋਇਆ, ਧੰਨ ਗੁਰੂ ਨਾਨਕ ਸਾਹਿਬ ਨਾਲ ਉਹਦੀ ਚਰਚਾ ਹੋਈ ਹੈ। ਉਹ ਸਵਾਲ ਜਵਾਬ ਉਹਨੇ ਬੜੇ ਕੀਤੇ ਸਨ। ਉਹਦੇ 'ਚੋਂ ਇੱਕ ਸਵਾਲ ਸੀ ਗੁਰੂ ਨਾਨਕ ਸਾਹਿਬ ਕੋਲ ਵੀ ਬਾਬਾ ਨਾਨਕ ਪੀਰ ਇਹ ਦੱਸੋ ਅਜ਼ਮਤ ਕੀ ਹੈ। ਅਜ਼ਮਤ ਦਾ ਅਰਥ ਹੁੰਦਾ ਹੈ ਕਰਾਮਾਤ, ਮਿਰਕਲਸ। ਦੱਸੋ ਸਤਿਗੁਰ ਦੀ ਕਰਾਮਾਤ ਕੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਾਦਰਤ ਦੀ ਕੁਦਰਤ ਜ਼ਾਹਰ ਅਜ਼ਮਤ ਹੈ। ਆ ਰੱਬ ਦੀ ਜਿਹੜੀ ਕੁਦਰਤ ਹੈ ਨਾ, ਇਹ ਬੜੀ ਵੱਡੀ ਕਰਾਮਾਤ ਹੈ। ਹਰੇਕ ਥਾਂ ਤੇ ਸਾਡਾ ਜੀਵਨ ਵੀ ਇੱਕ ਕਰਾਮਾਤ ਹੀ ਹੈ। ਕੀ ਕੁਝ ਸਾਡੇ ਅੰਦਰ ਬਣ ਰਿਹਾ ਹੈ, ਮਿਟ ਰਿਹਾ ਹੈ, ਕੀ ਕੁਝ ਹੈ। ਜੋ ਕੁਝ ਕਾਦਰ ਦੀ ਕੁਦਰਤ ਹੈ, ਇਹਦੇ ਤੋਂ ਵੱਡੀ ਅਜ਼ਮਤ ਸ਼ਾਹ ਸ਼ਰਫ ਕਿੱਥੋਂ ਲੱਭਾਂਗੇ। ਇਸ ਰੱਬੀ ਅਜ਼ਮਤ ਨੂੰ ਵੇਖ ਕੇ ਸਾਹਿਬ ਕਹਿੰਦੇ ਕਾਦਰ ਦੀ ਮਹਿਮਾ ਉਜਾਗਰ ਹੁੰਦੀ ਹੈ। ਇਹ ਅਜ਼ਮਤ ਹੈ। ਕਾਦਰ ਦੀ ਕੁਦਰਤ ਬੜੀ ਵੱਡੀ ਕਰਾਮਾਤ ਹੈ। ਗੁਰਮੁਖੋ ਧਰਤੀ ਕਰਾਮਾਤ ਹੈ, ਸੂਰਜ ਕਰਾਮਾਤ ਹੈ, ਸਾਡਾ ਹੋਣਾ ਕਰਾਮਾਤ ਹੈ, ਹਵਾ ਪੌਣ ਪਾਣੀ ਸਭ ਕਰਾਮਾਤ ਹੀ ਤੇ ਹੈ। ਅਸੀਂ ਉਸ ਨੂੰ ਮਾਣ ਸਕਦੇ ਹਾਂ ਜ਼ਰੂਰ। ਸਾਡੇ ਪੂਰਨ ਸਮਝ ਵਿੱਚ ਨਹੀਂ ਇਹ ਆ ਸਕਦਾ ਸਾਜਾਣੇ। ਭਾਵੇਂ ਵਿਗਿਆਨੀਆਂ ਨੇ ਬੜੇ ਉਦਮ ਕੀਤੇ, ਬੜੇ ਯਤਨ ਕੀਤੇ,
ਪਰ ਗੁਰਮੁਖੋ ਪੂਰਨ ਤੌਰ ਤੇ ਨਾ ਕੋਈ ਜਾਣ ਸਕਿਆ ਨਾ ਜਾਣ ਸਕੇਗਾ। ਇਹਦਾ ਅੰਤ ਇੱਕੋ ਹੀ ਹੈ, ਵਿਸਮਾਦ। ਹਾਂ, ਵਿਗਿਆਨੀਆਂ ਨੇ ਵੀ ਵਿਸਮਾਦ ਮੰਨਿਆ ਹੈ। ਉਹ ਵੀ ਕਹਿ ਦਿੰਦੇ ਨੇ ਵੰਡਰਫੁਲ, ਵੰਡਰ ਹੈ, ਵਾਹ ਜੀ ਵਾਹ। ਆ ਗਿਆ ਸੀ ਸਪੇਸ ਤੇ ਵਿਗਿਆਨੀ, ਪੁੱਛਿਆ ਸੀ ਧਰਤੀ ਤੋਂ ਕੀ ਲੱਗ ਰਿਹਾ, ਉਹ ਕਿੰਨਾ ਸਮਾਂ ਵੰਡਰ ਵੰਡਰ ਹੀ ਕਹਿੰਦਾ ਰਿਹਾ, ਵਾਹ ਵਾਹ ਹੀ ਕਹਿੰਦਾ ਰਿਹਾ। ਹੋਰ ਕਿਵੇਂ ਬਿਆਨ ਕਰੀਏ? ਵਿਸਮਾਦਕ ਕਰਤੇ ਦੀ ਇਹ ਕੁਦਰਤ ਹੈ। ਤੋ ਬੜੀ ਵੱਡੀ ਸਾਹਿਬ ਜੀ ਕਹਿੰਦੇ ਇਹ ਕਰਾਮਾਤ ਹੈ ਜੋ ਦਿਸ ਰਿਹਾ ਹੈ। ਕੁਦਰਤ ਸੁਣੀਏ। ਗੁਰਦੇਵ ਜੀ ਕਹਿੰਦੇ ਜੋ ਕੁਝ ਸੁਣਿਆ ਜਾ ਰਿਹਾ ਹੈ ਇਹ ਵੀ ਤੇ ਕੁਦਰਤ ਹੈ। ਕਿੰਨੇ ਪ੍ਰਕਾਰ ਦਾ ਨਾਦ ਹੈ, ਸਾਊਂਡ ਹੈ, ਆਵਾਜ਼ਾਂ ਨੇ। ਕੁਦਰਤ ਭਉ ਸੁਖ ਸਾਰ, ਸਾਰੇ ਸੁੱਖਾਂ ਦਾ ਸਾਰ ਹੈ। ਮਾਲਕ ਦਾ ਭਉ ਜਿਹੜਾ ਕੁਦਰਤ ਵਿੱਚ ਵਰਤ ਰਿਹਾ ਹੈ। ਅੱਗੇ ਸਤਿਗੁਰ ਜ਼ਿਕਰ ਕਰਨਗੇ ਇਸ ਗੱਲ ਦਾ। ਖੈਰ, ਰੱਬੀ ਕੁਦਰਤ ਪੂਰਨ ਤੌਰ ਤੇ ਵਾਹਿਗੁਰੂ ਦੇ ਹੁਕਮ ਦੇ ਅੰਦਰ ਉਹਦੀ ਰਜ਼ਾ 'ਚ ਬੱਝੀ ਹੋਈ ਹੈ। ਕੋਈ ਵੀ ਚੀਜ਼ ਉਹਦੀ ਰਜ਼ਾ ਤੋਂ ਹਟਦੀ ਨਹੀਂ, ਕਰਤੇ ਤੋਂ ਬਿਨਾਂ। ਅੱਗ ਉਹਦੀ ਰਜ਼ਾ 'ਚ ਹੈ। ਮੈਂ ਅੱਗ 'ਚ ਹੱਥ ਪਾ ਕੇ ਅਰਦਾਸ ਕਰੀ ਜਾਵਾਂ ਤੇ ਅੱਗ ਨੂੰ ਕਹਾਂ ਵੀ ਮੈਂ ਕਥਾ ਕਰਦਾ, ਮੈਂ ਬਾਣੀ ਪੜ੍ਹਦਾ, ਅੱਗ ਨੇ ਮੈਨੂੰ ਠੰਡ ਨਹੀਂ ਦੇ ਦੇਣੀ। ਉਹਦਾ ਨਿਯਮ ਹੈ। ਉਹ ਕਹੇ ਕਿ ਮੈਂ ਤੇ ਰੱਬੀ ਨਿਜ਼ਾਮ 'ਚ ਬੱਝੀ ਹਾਂ। ਤੋ ਕਰਤੇ ਵਾਹਿਗੁਰੂ ਅਕਾਲ ਪੁਰਖ, ਜਿਹੜਾ ਸੁੱਖਾਂ ਦਾ ਸਾਰ ਵਾਹਿਗੁਰੂ ਅਕਾਲ ਪੁਰਖ ਹੈ। ਮੇਰੇ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ, ਵਾਹਿਗੁਰੂ ਆ ਸਾਰੀ ਤੇਰੀ ਕੁਦਰਤ ਹੈ। ਜਿੱਥੇ ਸੁੱਖਾਂ ਦਾ ਸਾਰ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਸਭ ਕੁਝ ਪਰੋਤਾ ਹੋਇਆ ਹੈ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਪਾਤਾਲ ਦਿਸਦਾ ਤੇ ਅਣਦਿਸਦਾ। ਇੱਕ ਚੀਜ਼ਾਂ ਨੇ ਕੁਝ ਦਿਸ ਰਹੀਆਂ ਨੇ, ਬਹੁਤ ਚੀਜ਼ਾਂ ਨੇ ਅਣਦਿਸਦੀਆਂ ਨੇ। ਦਿਸਦੇ ਨਾਲੋਂ ਅਣਦਿਸਦਾ ਜ਼ਿਆਦਾ ਸਮਰੱਥ ਹੈ। ਸਾਡੇ ਸਰੀਰ ਨਾਲੋਂ ਆਤਮਾ 'ਚ ਜ਼ਿਆਦੀ ਤਾਕਤ ਹੈ। ਉਹ ਨਾ ਹੋਏ ਸਰੀਰ ਕੀ ਕਰੇਗਾ? ਦਿਸਦਾ ਇਤਨਾ ਸਮਰੱਥ ਨਹੀਂ ਹੈ ਜਿਤਨਾ ਅਣਦਿਸਦਾ ਸਮਰੱਥ ਹੈ। ਤੇ ਰੱਬ ਦੀ ਕੁਦਰਤ ਦੋ ਚੀਜ਼ਾਂ 'ਚ ਵਰਤ ਰਹੀ ਹੈ, ਦਿਸਦੇ ਤੇ ਅਣਦਿਸਦੇ 'ਚ। ਤੇ ਪਰਮਾਤਮਾ ਸੁੰਨ ਸਮਾਧ ਹੈ। ਤੀਜਾ ਸਤਿਗੁਰ ਨੇ ਜੋ ਸੁੰਨ ਸਮਾਧ ਦੀ ਗੱਲ ਕੀਤੀ ਹੈ। ਤੋ ਕੋਈ ਵੀ ਘਟਨਾ ਤੁਸੀਂ ਵੇਖੋ ਕੁਦਰਤ ਵਿੱਚ ਦੋ ਚੀਜ਼ਾਂ ਦੇ ਜੋੜ ਕਰਕੇ ਵਰਤੀ। ਹੁਣ ਪਾਣੀ ਹੈ, ਪਾਣੀ ਵੀ ਅਣਦਿਸਦੇ ਤੋਂ ਦਿਸਦਾ ਹੀ ਬਣਿਆ। ਜੇ ਆਪਾਂ ਆਪਣੇ ਸੂਤਰ ਲਾਉਂਦੇ ਹਾਂ, ਆਕਸੀਜਨ ਹਾਈਡਰੋਜਨ ਦੀ ਗੱਲ ਕਰੀਏ, ਉਹ ਵੀ ਤੇ ਅਣਦਿਸਦੇ ਤੋਂ ਦਿਸਦਾ ਪ੍ਰਗਟ ਹੋਇਆ ਹੈ। ਆ ਸੰਸਾਰ, ਆ ਸਾਡਾ ਸਰੀਰ ਜੋ ਕੁਝ ਹੈ, ਤੋ ਆਕਾਸ਼ ਦਿਸਦਾ ਨਹੀਂ ਹੈ ਪਰ ਉਹਦਾ ਫਲਾਅ ਹੈ। ਉਹਦੀ ਆਕਾਸ਼ ਦੀ ਵੀ ਸਾਹਿਬ ਕਹਿੰਦੇ ਇੱਕ ਹੋਂਦ ਹੈ। ਤੇ ਗੁਰਦੇਵ ਕਹਿੰਦੇ ਜੋ ਵੀ ਸਾਡੀ ਸਮਝ ਤੋਂ, ਸਾਡੀ ਸੋਚ ਤੋਂ, ਸਾਡੇ ਦਾਇਰੇ ਤੋਂ ਅੱਗੇ ਹੈ, ਜੋ ਕੁਝ ਵੀ ਹੈ, ਵਾਹਿਗੁਰੂ ਅਕਾਲ ਪੁਰਖ ਦੀ ਕਲਾ, ਰੱਬ ਦਾ ਇਹ ਬੜਾ ਅਚਰਜ ਵਿਸਮਾਦ ਤਮਾਸ਼ਾ ਹੈ। ਕੁਦਰਤ ਸਰਬ ਆਕਾਰ, ਜਿੰਨੇ ਆਕਾਰ ਨੇ ਸਭ ਕਹਿੰਦੇ ਇਹ ਰੱਬੀ ਕਲਾ ਹੈ, ਰੱਬੀ ਤਮਾਸ਼ਾ ਹੈ। ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ। ਜਿੰਨੇ ਵੇਦ ਨੇ, ਪੁਰਾਣ ਨੇ, ਹਿੰਦਵੀ ਗ੍ਰੰਥ ਤੇ ਮੋਮਣੀ ਪੁਰਾਣ ਜਿਹੜੇ ਨੇ, ਕਤੇਬਾਂ ਨੇ, ਸਾਹਿਬ ਕਹਿੰਦੇ ਵਾਹਿਗੁਰੂ ਇਹ ਵੀ ਤੇਰੀ ਕੁਦਰਤ ਦਾ ਹੀ ਹਿੱਸਾ ਹੈ। ਇਹ ਵੀ ਜਿੰਨਾ ਕੁਝ ਸਾਡੇ ਕੋਲ ਸਮਝ ਹੈ, ਗਿਆਨ ਹੈ, ਪ੍ਰਗਟ ਤੇ ਉਹਦੀ ਹੋਂਦ ਕਰਕੇ ਹੀ ਹੋਇਆ ਨਾ। ਜੇ ਉਹਦੀ ਹੋਂਦ ਹੀ ਨਾ ਹੁੰਦੀ, ਉਹਦੀ ਸੱਤਾ ਹੀ ਨਾ ਹੁੰਦੀ, ਕੋਈ ਕਿਵੇਂ ਧਰਮ ਦੇ ਸਰੋਤ ਪ੍ਰਗਟ ਕਰ ਦਿੰਦਾ। ਤੋ ਇਹ ਵੀ ਤੇਰੀ ਕੁਦਰਤ ਵਿਡਾਣ ਹੈ। ਵੇਦ ਨੇ, ਪੁਰਾਣ ਨੇ, ਕਤੇਬਾਂ ਨੇ, ਗੁਰੂ ਨੇ ਸਾਨੂੰ ਜੋੜਿਆ, ਸੱਚ ਜਾਣਿਆ। ਮੈਂ ਕਹਿੰਦਾ ਚੰਗਾ ਹੈ। ਵਿਗਿਆਨ ਦੀ ਗੱਲ ਕਰੀ, ਉਹ ਵੀ ਮੁਬਾਰਕ ਹੈ। ਚਲੋ ਵਿਗਿਆਨ ਨੇ ਬਾਹਰੀ ਦੂਰੀਆਂ ਲਾਗੇ ਕਰ ਦਿੱਤੀਆਂ, ਗੁਰੂ ਸਾਨੂੰ ਅੰਦਰੋਂ ਨੇੜੇ ਕਰਦਾ ਹੈ। ਵਿਗਿਆਨ ਨੇ ਬਾਹਰੀ ਦੂਰੀਆਂ ਨੇੜੇ ਕਰ ਦਿੱਤੀਆਂ। ਆ ਸਵੇਰੇ ਤੁਰੀਏ ਵਿਦੇਸ਼ ਚੋਂ, ਕਿ 7 ਘੰਟੇ ਬਾਅਦ, ਕੋਈ 2 ਘੰਟੇ ਬਾਅਦ, ਵੱਖ ਵੱਖ ਜਿਵੇਂ ਜਿਵੇਂ ਦੂਰੀ ਹੁੰਦੀ ਹੈ, ਬੰਦਾ ਆਪਣੇ ਘਰ ਪਹੁੰਚ ਜਾਂਦਾ ਹੈ। ਸੱਚ ਜਾਣਿਓ, ਧੰਨ ਗੁਰੂ ਨਾਨਕ ਸਾਹਿਬ ਨੇ ਦਿਲਾਂ ਦੀਆਂ ਦੂਰੀਆਂ ਦੂਰ ਕੀਤੀਆਂ ਨੇ। ਕੋਈ ਕਹਿੰਦਾ ਸੀ ਮੈਂ ਹਿੰਦੂ ਹਾਂ, ਕੋਈ ਕਹਿੰਦਾ ਮੈਂ ਮੁਸਲਮਾਨ,
ਗੁਰੂ ਨਾਨਕ ਸਾਹਿਬ ਕਹਿੰਦੇ ਅਸਲ ਵਿੱਚ ਰਾਮ ਰਹੀਮ ਜੇ ਅੱਲਾ ਖੁਦਾ ਦੀ ਗੱਲ ਕਰੀਏ ਉਹ ਬਾਹਰੀ ਤੌਰ ਤੇ ਠੀਕ ਹੈ, ਨਾਮ ਵੱਖਰੇ ਨੇ, ਕਿਰਿਆਵਾਂ ਵੱਖਰੀਆਂ ਨੇ, ਪਰ ਜੇ ਆਪਾਂ ਰੱਬੀ ਸੱਤਾ ਦੀ ਗੱਲ ਕਰੀਏ ਉਹ ਇੱਕੋ ਹੀ ਹੈ। ਰਾਮ ਰਹੀਮ ਇੱਕ ਥਾਂ ਖਲੋਈ। ਸਾਡਾ ਸਤਿਗੁਰ ਨੇੜਤਾ ਪੈਦਾ ਕਰਦਾ ਹੈ। ਗੁਰਮੁਖੋ ਜਿਹੜਾ ਧਰਮਾਂ ਦੀ ਵਿੱਥ ਅੱਜ ਪੈਦਾ ਹੋ ਗਈ ਹੈ, ਲੋੜ ਹੈ ਸਾਨੂੰ, ਮਾਨਵਤਾ ਨੂੰ ਵੀ ਲੋੜ ਹੈ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਸਤਿਗੁਰ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਦੀ, ਤਾਂ ਜੋ ਅੱਜ ਬਾਹਰੋਂ ਦੂਰੀਆਂ ਨਹੀਂ ਰਹਿ ਗਈਆਂ। ਇਹ ਨਾ ਹੋਏ ਵੀ ਅੰਦਰੋਂ ਦੂਰੀਆਂ ਬਹੁਤ ਵੱਧ ਜਾਣ, ਅਸੀਂ ਇੱਕ ਦੂਜੇ ਨੂੰ ਵੇਖ ਹੀ ਨਾ ਸਕਾਈਏ, ਅਸੀਂ ਦੂਜੇ ਦਾ ਸਤਿਕਾਰ ਹੀ ਨਾ ਕਰੀਏ। ਗੁਰਮੁਖੋ ਪਿਆਰ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ, ਪਰ ਸਤਿਕਾਰ ਹੈ ਸਭ ਨੂੰ, ਹਰੇਕ ਦੀ ਵਿਚਾਰਧਾਰਾ ਦਾ ਸਤਿਕਾਰ ਹੈ। ਪਿਆਰ ਆਪਣੇ ਸਤਿਗੁਰ ਨਾਲ ਹੈ, ਗੁਰੂ ਦੇ ਸਿਧਾਂਤ ਨਾਲ ਹੋਏ ਤਾਂ ਬੜੀ ਵੱਡੀ ਦਾਤ ਹੋਏਗੀ। ਜੇ ਦਿਲਾਂ ਦੀਆਂ ਨੇੜਤਾਵਾਂ ਆ ਜਾਣ, ਦਿਲਾਂ ਕਰਕੇ, ਮਨਾਂ ਕਰਕੇ ਅਸੀਂ ਨੇੜੇ ਹੋ ਜਾਈਏ, ਤੇ ਉਹ ਹੋ ਸਕਦੇ ਹਾਂ ਜੇ ਆਪਾਂ ਗੁਰੂ ਕੀ ਵਿਚਾਰ ਨੂੰ, ਗੁਰੂ ਕੀ ਬਾਣੀ ਨੂੰ ਆਪਣੇ ਪ੍ਰਚਾਰ ਤੇ ਪ੍ਰਸਾਰ ਵਿੱਚ ਲੈ ਕੇ ਆਈਏ। ਤਾਂ ਮੇਰੇ ਸਾਹਿਬ ਬਖਸ਼ਿਸ਼ ਕਰਦੇ ਨੇ, ਵੱਖਰਾ ਕੋਈ ਨਹੀਂ। ਵਾਹਿਗੁਰੂ ਵੇਦ ਪੁਰਾਣ ਕਤੇਬਾਂ ਇਹ ਵੀ ਤੇਰੀ ਕੁਦਰਤ, ਤੇਰੀ ਕਲਾ ਹੈ। ਜਿੰਨੇ ਵਿਚਾਰ ਨੇ ਇਹ ਵੀ ਵਾਹਿਗੁਰੂ ਤੇਰੀ ਕੁਦਰਤ ਹੈ। ਕੋਈ ਵਿਚਾਰ ਕਿਸ ਰੂਪ ਦਾ ਹੈ, ਕੋਈ ਕਿਸ ਰੂਪ ਦਾ ਹੈ। ਮੇਰੇ ਸਤਿਗੁਰਾਂ ਨੇ, ਕੋਈ ਮੁਸਲਮਾਨ ਇਤਿਹਾਸਕਾਰ ਨੇ ਕਿਹਾ, ਦੁਨੀਆ ਦੇ ਲੋਕੋ ਜੇ ਦੂਜੇ ਧਰਮ ਗ੍ਰੰਥ ਦਾ ਸਤਿਕਾਰ ਕਰਨਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਸਿੱਖ ਲਿਓ। ਜਿਨ੍ਹਾਂ ਨੇ, ਭਾਵੇਂ ਉਹਨਾਂ ਨੇ ਹਸਨ ਅਲੀ ਸੀ ਸਮਾਣੇ ਦਾ ਰਹਿਣ ਵਾਲਾ, ਭਾਵੇਂ ਉਹਨਾਂ ਨੇ ਉਹਦੀ ਝੂਠੀ ਕਸਮ ਖਾਧੀ ਹੋਏ, ਪਰ ਸਤਿਗੁਰ ਨੇ ਉਹਦਾ ਸਤਿਕਾਰ ਜ਼ਰੂਰ ਕੀਤਾ। ਵੇਖੋ, ਸਤਿਕਾਰ ਕਰਨਾ ਦੂਜੇ ਦੇ ਧਰਮ ਗ੍ਰੰਥ ਦਾ, ਗੁਰੂ ਕੋਲੋਂ ਸਿੱਖ ਲਈ। ਤਾਂ ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਚੰਗਾ ਲੱਗਦਾ, ਮੈਨੂੰ ਕਹਿਣ ਦੇਣਾ। ਸਤਿਗੁਰ ਸਭਨਾਂ ਦਾ ਭਲਾ ਬਣਾਇਆ, ਤਿਸਦਾ ਬੁਰਾ ਕੋਈ ਕਹਿੰਦੇ ਅਸੀਂ ਇਹਨੂੰ ਹੀ ਲੀਰੋ ਲੀਰ ਕਰ ਦੇਣਾ, ਮਾਫ ਕਰਨਾ, ਗੁਰੂ ਤੇ ਜੁਗੋ ਜੁਗ ਅਟਲ ਹੈ। ਪਰ ਉਹ ਸਾਵਧਾਨ ਹੋ ਜਾਣ ਜ਼ਰੂਰ ਲੋਕ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਜੋ ਵੈਰ ਚਲਾਇੰਦੇ, ਤਿਨ ਵਿੱਚੋਂ ਤਿਸ਼ਟਿਆ ਨਾ ਕੋਏ। ਉਹਨੂੰ ਅੰਦਰ ਤੋਂ ਕਦੇ ਸ਼ਾਂਤੀ ਨਹੀਂ ਆ ਸਕਦੀ। ਮੇਰੇ ਸਤਿਗੁਰ ਕਹਿੰਦੇ ਉਹ ਜੀਵਨ 'ਚ ਸੁੱਖ ਨਹੀਂ ਲੱਭ ਸਕਦੇ, ਉਹ ਚੈਨ ਨਹੀਂ ਲੱਭ ਸਕਦੇ, ਨਾ ਇੱਥੇ ਨਾ ਉੱਥੇ। ਤੋ ਮੇਰੇ ਸਾਹਿਬ ਜੀ ਨੇ ਸਭ ਨੂੰ ਆਪਣੇ ਕਲਾਵੇ 'ਚ ਲਿਆ। ਤੋ ਸਾਹਿਬ ਜੀ ਆਖਦੇ ਨੇ, ਕੁਦਰਤ ਸਰਬ ਵਿਚਾਰ। ਆ ਕਿੰਨੀਆਂ ਵਿਚਾਰਾਂ ਨੇ। ਗੁਰੂ ਸਾਹਿਬ ਕਹਿੰਦੇ ਸਾਰੀ ਵਿਚਾਰ, ਵਿਚਾਰ ਸੱਤਾ ਹੈ ਵਾਹਿਗੁਰੂ। ਇਹ ਵੀ ਤੇਰਾ ਬੜਾ ਵਿਡਾਨ, ਬੜਾ ਵੱਡਾ ਸੋਹਣਾ ਤਮਾਸ਼ਾ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਇਹ ਵੀ ਬੜਾ ਤਮਾਸ਼ਾ ਹੈ। ਖਾਣ ਪੀਣ ਵੀ ਸਾਡਾ ਇੱਕ ਨਹੀਂ, ਮੌਸਮ ਦੇ ਅਨੁਸਾਰ ਹੈ, ਦੇਸ਼ਾਂ ਦੇ ਮੁਤਾਬਕ ਹੈ, ਧਰਮਾਂ ਦੇ ਮੁਤਾਬਕ ਹੈ। ਕਿਸੇ ਨੇ ਕਿਹਾ ਇਹ ਚੀਜ਼ ਖਾਣੀ ਪਾਪ ਹੈ, ਦੂਜੇ ਨੇ ਕਿਹਾ ਪੁੰਨ ਹੈ। ਇਹ ਵੀ ਬੜੀ ਕੁਦਰਤ ਹੈ। ਸਾਹਿਬ ਜੀ ਕਹਿੰਦੇ ਪਹਿਨਣਾ ਵੀ ਕੁਦਰਤ ਹੈ। ਕੁਦਰਤ ਸਰਬ ਪਿਆਰ ਵਾਹਿਗੁਰੂ ਕਾਲ ਪੁਰਖ ਜੀ। ਆ ਜਿਹੜੀ ਪਿਆਰ ਦੀ ਸੱਤਾ ਰੁਣ ਕਰੀ ਹੈ ਸਭਨਾਂ 'ਚ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ। ਅਨੁਰਾਗ ਆ ਪਿਆਰ ਹੈ ਜਿਹੜਾ, ਇਹ ਵੀ ਮਾਲਕ ਵਾਹਿਗੁਰੂ ਤੇਰੀ ਰੌਂ 'ਚੋਂ ਪ੍ਰਗਟ ਹੋ ਰਿਹਾ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਆ ਸਾਰੀ ਕੁਦਰਤ ਵਿਡਾਣ ਇਹ ਸੱਤਾ ਹੈ, ਜਿਹਦੇ 'ਚ ਕਿੰਨੀਆਂ ਕਿਸਮਾਂ ਨੇ, ਜਿਨਸਾਂ ਨੇ, ਕਿੰਨੇ ਰੰਗਾਂ ਦੇ ਜੀ ਜੰਤ ਨੇ, ਕਿੰਨੇ ਪ੍ਰਕਾਰ ਦੇ ਜਹਾਨ ਨੇ। ਕਿੰਨੀਆਂ ਕੁ ਧਰਤੀਆਂ ਹੋਣਗੀਆਂ, ਕਿੰਨੇ ਕੁ ਆਕਾਸ਼ ਹੋਣਗੇ, ਕਿੰਨੀ ਕੁ ਸਿਰਜਣਾ ਜਹਾਨ ਹੈ, ਅਸੀਂ ਉਸ ਦਾ ਸ਼ੁਮਾਰ ਨਹੀਂ ਲਾ ਸਕਦੇ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਆ ਵਾਹਿਗੁਰੂ ਦੀ ਇਸ ਰਚਨਾ 'ਚ ਨੇਕੀਆਂ ਵੀ ਨੇ। ਕਈ ਸੇਵਾ ਕਰਦੇ ਨੇ, ਲੰਗਰ ਲਾ ਰਹੇ ਨੇ, ਕਈ ਗਰੀਬਾਂ ਦਾ ਖੋਹ ਕੇ ਵੀ ਖਾ ਰਹੇ ਨੇ। ਵੇਖੋ ਫੁੱਲ ਵੀ ਹੈ, ਉਸੇ ਫੁੱਲ ਦੇ ਨਾਲ, ਕੋਮਲ ਫੁੱਲ ਨਾਲ ਇੱਕ ਕੰਡਾ ਵੀ ਮਿਲ ਜਾਂਦਾ ਹੈ। ਉਹਨਾਂ ਬੱਦਲਾਂ 'ਚ ਪਾਣੀ ਵੀ ਹੁੰਦਾ ਹੈ, ਉਹਨਾਂ 'ਚੋਂ ਅੱਗ ਵੀ ਹੁੰਦੀ ਹੈ। ਸਖਤੀ ਵੀ ਤੇ
ਕੋਮਲਤਾ ਵੀ, ਨੇਕੀ ਤੇ ਬਦੀ, ਸੱਚ ਤੇ ਕੂੜ। ਮੇਰੇ ਗੁਰਦੇਵ ਕਹਿੰਦੇ ਨਿਰੰਤਰ ਵਾਹਿਗੁਰੂ ਤੇਰੀ ਸੱਤਾ ਬੜੀ ਅਚਰਜ ਕੌਤਕ ਨਾਲ ਭਰੀ ਹੋਈ ਹੈ। ਜਿੱਥੇ ਨੇਕੀਆਂ ਵਾਲੇ ਵੀ ਨੇ, ਜਿੱਥੇ ਬਦੀਆਂ ਵਾਲੇ ਵੀ ਨੇ, ਫੁੱਲ ਵੀ ਨੇ, ਕੰਡੇ ਵੀ ਨੇ। ਕੁਦਰਤ ਮਾਨ ਅਭਿਮਾਨ, ਕਈ ਮਾਣ ਹੈ ਅਭਿਮਾਨ ਹੰਕਾਰ ਹੈ। ਕਈ ਆਦਰ ਨੂੰ ਤਰਸ ਰਹੇ ਨੇ, ਕਈਆਂ ਨੂੰ ਬੜਾ ਮਾਣ ਮਿਲ ਰਿਹਾ ਹੈ। ਕਿਸੇ ਥਾਂ ਤੇ ਅਭਿਮਾਨ ਹੰਕਾਰ ਬੜਾ ਹੈ। ਇਹ ਵੀ ਵਾਹਿਗੁਰੂ ਤੇਰੀ ਕੁਦਰਤ ਹੈ। ਕੁਦਰਤ ਪੌਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ ਪੌਣ। ਪਾਣੀ ਬੈ ਸੰਤਰ ਅੱਗ, ਧਰਤੀ ਖਾਕ ਹੈ ਜਿਹੜੀ। ਹੇ ਵਾਹਿਗੁਰੂ ਕਾਲ ਪੁਰਖ, ਇਹ ਸਾਰਾ ਤੇਰਾ ਬੜਾ ਵਿਡਾਣ, ਬੜਾ ਅਸਚਰਜ ਤਮਾਸ਼ਾ ਹੈ। ਅਸੀਂ ਇੱਕ ਕਿਣਕੇ ਧਰਤੀ ਦੇ ਇੱਕ ਨਿੱਕੇ ਜਿਹੇ ਜ਼ਰੇ ਦਾ ਅੰਤ ਨਹੀਂ ਪਾ ਸਕਦੇ। ਉਹਦਾ ਵੀ ਅੰਤ ਪਾਉਣਾ ਬੜਾ ਔਖਾ ਹੈ। ਉਹਦਾ ਵੀ ਆਦ ਲੱਭਣਾ ਬਹੁਤ ਔਖਾ ਹੈ। ਗੁਰਮੁਖ ਪਿਆਰਿਓ, ਤੂੰ ਮੇਰੇ ਸਾਹਿਬ ਕਹਿੰਦੇ ਵਾਹਿਗੁਰੂ ਤੇਰੀ ਹੋਂਦ ਜਿਹੜੀ ਹੈ, ਤੇਰੀ ਕੁਦਰਤ ਵਿੱਚੋਂ ਕਈ ਰੂਪਾਂ ਦੇ ਵਿੱਚ ਪ੍ਰਗਟ ਹੋ ਰਹੀ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਸਾਰੀ ਤੇਰੀ ਕੁਦਰਤ ਹੈ। ਤੂੰ ਇਹਦਾ ਕਾਦਰ ਹੈ, ਇਹਦੀ ਸੰਭਾਲ ਕਰਨ ਵਾਲਾ ਹੈ। ਪਾਕੀ ਨਾਈ ਪਾਕ, ਹੇ ਵਾਹਿਗੁਰੂ ਪਾਕ ਦਾ ਅਰਥ ਹੁੰਦਾ ਹੈ ਪਵਿੱਤਰ। ਤੇਰੀ ਨਾਈ, ਨਾਈ ਦਾ ਅਰਥ ਹੈ ਵਡਿਆਈ, ਪਾਕੀ ਦਾ ਅਰਥ ਹੈ ਪਵਿੱਤਰ। ਹੇ ਵਾਹਿਗੁਰੂ ਇਸ ਸੱਤਾ ਦੇ ਅੰਦਰ ਕਰਤੇ ਵਾਹਿਗੁਰੂ ਤੇਰੀ ਵਡਿਆਈ ਬੜੀ ਪਵਿੱਤਰ ਹੋ ਰਹੀ ਹੈ, ਨਿਰੰਤਰ ਪ੍ਰਗਟ ਹੁੰਦੀ ਪਈ ਹੈ। ਰੱਬ ਦੇ ਪਿਆਰੇ ਇਸ ਨੂੰ ਮਹਿਸੂਸ ਕਰ ਲੈਂਦੇ ਨੇ। ਕੌਣ? ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਗੁਰਦੇਵ ਜੀ ਕਹਿੰਦੇ ਜਿਹੜਾ ਵਾਹਿਗੁਰੂ ਕਾਲ ਪੁਰਖ ਆਪਣੀ ਇਸ ਰਜ਼ਾ ਨੂੰ ਆਪਣੇ ਹੁਕਮ ਦੇ ਅੰਦਰ ਸੰਭਾਲਦਾ ਪਿਆ ਹੈ ਤੇ ਆਪ ਹੀ ਆਪ ਸਭ ਥਾਵਾਂ ਤੇ ਮੌਜੂਦ ਹੈ। ਸਾਡੀ ਮੌਜੂਦਗੀ ਕੁਦਰਤ ਦੀ ਮੌਜੂਦਗੀ ਨਹੀਂ ਸਭ ਥਾਵਾਂ ਤੇ। ਅਸੀਂ ਕੁਦਰਤ ਦਾ ਇੱਕ ਅੰਗ ਹਾਂ। ਹੁਣ ਇੱਥੇ ਆ, ਬਾਜ਼ਾਰ 'ਚ ਨਹੀਂ ਹੋ ਸਕਦੇ। ਪਰ ਵਾਹਿਗੁਰੂ ਤੇਰੀ ਅਨੇਕਤਾ ਠੀਕ ਹੈ, ਪਰ ਅਨੇਕਤਾ 'ਚ ਤੂੰ ਇੱਕ ਸਭਨਾ 'ਚ ਵਿਆਪਕ ਹੈ। ਜਿਵੇਂ ਕਿਰਨਾਂ ਅਨੇਕਾਂ ਕਰੋੜਾਂ ਅਰਬਾਂ ਹੋਣ, ਸਭਨਾ 'ਚ ਇੱਕੋ ਸੂਰਜ ਸਮਾਇਆ ਹੁੰਦਾ ਹੈ। ਬੂੰਦਾਂ ਲੱਖਾਂ ਅਰਬਾਂ ਹੋਣ, ਸਭਨਾ 'ਚ ਇੱਕ ਸਮੁੰਦਰ ਸਮਾਇਆ ਹੁੰਦਾ ਹੈ। ਕੁਆਂਟੀਟੀ ਦਾ ਫਰਕ ਹੈ, ਕੁਆਲਿਟੀ ਦਾ ਕੋਈ ਫਰਕ ਨਹੀਂ ਹੈ। ਇੱਕ ਬੂੰਦ ਤੇ ਸਮੁੰਦਰ ਦੀ ਮਾਤਰਾ ਦਾ ਹੀ ਫਰਕ ਹੈ, ਤੱਤ ਦਾ ਤੇ ਕੋਈ ਫਰਕ ਨਹੀਂ ਹੈ। ਇਸੇ ਤਰ੍ਹਾਂ ਜਿੰਨਾ ਫਰਕ ਹੈ ਬਾਹਰੀ ਰੂਪ ਰੰਗ ਦਾ, ਗੁਰਦੇਵ ਕਹਿੰਦੇ ਸੱਤਾ ਦਾ ਹੈ, ਸੱਤ ਦਾ ਕੋਈ ਫਰਕ ਨਹੀਂ। ਸੱਚ ਵਾਹਿਗੁਰੂ ਕਾਲ ਪੁਰਖ ਇੱਕੋ ਹੀ ਇਹ ਸਾਰੀ ਕੁਦਰਤ ਦੇ ਅੰਦਰ ਕਾਦਰ ਵਾਹਿਗੁਰੂ ਕਾਲ ਪੁਰਖ ਸਮੋਇਆ ਹੈ। ਪੌੜੀ ਆਪੀਨੇ ਭੋਗ ਭੋਗ ਕੈ ਹੋਏ ਪਸਮੜ ਭੌਰ ਸਿਧਾਇਆ। ਹੁਣ ਜਿਹੜਾ ਵਿਸਮਾਦ ਹੈ ਵਾਹਿਗੁਰੂ ਕਾਦਰ ਦੀ ਇਸ ਕੁਦਰਤ ਵਿੱਚ ਪ੍ਰਗਟ ਰਿਹਾ ਹੈ, ਜਿਹੜਾ ਨਦਰ ਦਾ ਪਾਤਰ ਬਣਦਾ ਹੈ ਮਹਿਸੂਸ ਕਰਦਾ ਹੈ। ਨਹੀਂ ਤਾਂ ਕੀ ਹੁੰਦਾ ਹੈ, ਕਿਉਂਕਿ ਦੋ ਚੀਜ਼ਾਂ ਨੇ, ਇੱਕ ਐਸ਼ ਹੈ, ਇੱਕ ਹੋਸ਼ ਹੈ। ਬਾਬਰ ਮਿਲਿਆ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿੰਦਾ ਸੀ ਬਾਬਾ ਚੱਲ ਐਸ਼ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਬਰ ਐਸ਼ ਨਹੀਂ, ਜ਼ਿੰਦਗੀ ਹੋਸ਼ ਵਾਲੀ ਹੋਣੀ ਚਾਹੀਦੀ। ਤੋ ਐਸ਼ ਵਾਲੇ ਸਭ ਕੁਝ ਗਵਾ ਕੇ ਖੁਆਰ ਹੋ ਕੇ ਚਲੇ ਜਾਂਦੇ ਨੇ, ਹੋਸ਼ ਵਾਲੇ ਇੱਥੋਂ ਵਿਸਮਾਦ ਨੂੰ ਮਾਣ ਲੈਂਦੇ ਨੇ। ਉਹਨਾਂ ਦਾ ਲੋਕ ਵੀ ਚੰਗਾ ਰਿਹਾ, ਪਰ ਲੋਕ ਵੀ ਮੁਬਾਰਕ ਹੋ ਗਿਆ। ਤੋ ਗੁਰਦੇਵ ਆਖਦੇ ਨੇ ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ। ਹੈ ਠੀਕ ਹੈ, ਆਪੀ ਨੇ ਪਰਮਾਤਮਾ ਆਪ ਹੀ ਵਰਤੇ। ਪਰ ਮੇਰੇ ਸਾਹਿਬ ਜੀ ਕਹਿੰਦੇ ਜਦੋਂ ਕੋਈ ਜੀਵ ਇੱਥੇ ਉਸ ਅਸਰਜਤਾ ਨੂੰ ਭੁੱਲ ਜਾਂਦਾ ਹੈ, ਮਾਣਦਾ ਨਹੀਂ। ਆਪਾਂ ਕਹਿੰਦੇ ਹਾਂ ਸਭਨਾ 'ਚ ਰੱਬ ਹੈ। ਗੁਰਮੁਖੋ ਕਹਿਣ ਦੀ ਗੱਲ ਵੱਖਰੀ ਹੁੰਦੀ ਹੈ, ਜਦੋਂ ਅਨੁਭਵ ਦੇ ਵਿੱਚ ਆਇਆ ਫਿਰ ਕਰਮ 'ਚ ਮਲੀਨਤਾ ਨਹੀਂ ਰਹਿ ਜਾਣੀ, ਜੀਵਨ ਦੋਗਲਾ ਨਹੀਂ ਰਹਿ ਜਾਣਾ। ਫਿਰ ਅਜੇ ਤੇ ਆਪਣੇ ਬਚਾਅ ਵਾਸਤੇ ਹੀ ਆਪਾਂ ਕਹਿ ਰਹੇ ਹਾਂ, ਬਸ ਜਿੱਥੇ ਟੂਲ ਚੰਗਾ ਲੱਗਾ ਵਰਤ ਲਿਆ, ਜਿੱਥੇ ਨਹੀਂ ਲੱਗਾ ਉੱਥੇ ਸਾਡੀ ਮਰਜ਼ੀ ਚੱਲ ਗਈ।
ਗੁਰਦੁਆਰੇ ਆਉਣਾ ਜੇ ਭਾਈ ਸਾਹਿਬ ਜੀ ਰੱਬ ਲਿਆਏਗਾ ਤੇ ਆਵਾਂਗੇ। ਤੇ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ, ਰਾਹ 'ਚ ਗੱਡੀ ਖਰਾਬ ਹੋ ਜਾਏ, ਫਿਰ ਆਪਾਂ ਥੋੜ੍ਹਾ ਕਹਿੰਦੇ ਵੀ ਮਕੈਨਿਕ ਆਏਗਾ ਤੇ ਰੱਬ ਭੇਜੇਗਾ ਤੇ ਠੀਕ ਹੋਏਗੀ। ਬੱਚਿਆਂ ਨੂੰ ਪੜ੍ਹਾਉਣ ਲੱਗਿਆਂ ਥੋੜ੍ਹਾ ਆਪਾਂ ਕਹਿੰਦੇ ਆ ਵੀ ਰੱਬ ਆਏਗਾ ਆਪੇ ਬੱਚਿਆਂ ਨੂੰ ਭੇਜੇ, ਉੱਥੇ ਆਪ ਕਰਦੇ ਆ। ਉੱਥੇ ਅਸੀਂ ਟੂਲ ਬਦਲੇ। ਤੇ ਇਹ ਨਾ ਹੋਏ ਵੀ ਅਸੀਂ ਆਪਣੇ ਜ਼ਿੰਮੇਦਾਰੀਆਂ ਤੋਂ ਭੱਜਣ ਵਾਸਤੇ ਸ਼ਬਦ ਵਰਤੇ ਰਹੀਏ। ਤੇ ਸਾਹਿਬ ਜੀ ਕਹਿੰਦੇ ਫਿਰ ਕੀ ਹੁੰਦਾ ਹੈ? ਭਸਮੜ, ਭਸਮੜ ਦਾ ਅਰਥ ਹੈ ਭਸਮ ਦੀ ਮੜੀ। ਸ਼ਮਸ਼ਾਨ ਘਾਟ 'ਚ ਪਈ ਆ, ਨਾ ਉਹ ਬੋਲ ਸਕਦਾ ਹੈ, ਨਾ ਉਹ ਸੇਵਾ ਕਰ ਸਕਦਾ, ਨਾ ਉਹ ਜਪਜੀ ਸਾਹਿਬ ਪੜ੍ਹ ਸਕੇਗਾ, ਨਾ ਉਹ ਸੰਗਤ 'ਚ ਆ ਸਕੇਗਾ। ਤਾਂ ਹੀ ਤੇ ਸਾਹਿਬ ਕਹਿੰਦੇ ਅਬ ਨਾ ਭਜਸ, ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਫਿਰ ਤੇ ਗੱਲ ਮੁੱਕ ਜਾਣੀ ਹੈ। ਤੋ ਬੜੀ ਅਚਰਜ ਖੇਡ ਹੈ ਵਾਹਿਗੁਰੂ ਇਹ ਵੀ ਤੇਰੀ। ਆ ਦੇਖੋ, ਇੱਕ ਦਿਨ ਇਹ ਮਨੁੱਖ ਪਦਾਰਥਾਂ ਨੂੰ ਭੋਗਦਾ ਹੋਇਆ ਸੱਚ ਤੋਂ ਮੁਨਕਰ ਹੋ ਕੇ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਤੇ ਕੀ ਹੁੰਦਾ ਫਿਰ? ਭੌਰ ਸਿਧਾਇਆ ਜੀਵ ਆਤਮਾ ਇਹਦੇ ਚੋਂ ਉੱਡ ਜਾਂਦਾ ਹੈ। ਜੀਵਨ ਦੀ ਸੱਤਾ ਅੰਦਰੋਂ ਚਲੀ ਗਈ। ਵੱਡਾ ਹੋਆ ਦੁਨੀਦਾਰ, ਵੱਡਾ ਹੋਆ ਆਪਣਾ ਪੰਜਾਬੀ ਦਾ ਸ਼ਬਦ ਹੈ। ਜਿਵੇਂ ਆਪਾਂ ਕਹਿੰਦੇ ਤਾਂ ਦੁਕਾਨ ਵੱਡੀ ਕਰ ਦਿਓ। ਪੁਰਾਣੇ ਬਜ਼ੁਰਗ ਇਹ ਨਹੀਂ ਸੀ ਕਹਿੰਦੇ ਦੀਵਾ ਬੁਝਾ ਦਿਓ, ਉਹ ਕਹਿੰਦੇ ਸੀ ਦੀਵਾ ਵੱਡਾ ਕਰ ਦਿਓ। ਸੋ ਵੱਡਾ ਹੋਣਾ ਇੱਕ ਪ੍ਰਤੀਕ ਹੈ। ਵੱਡਾ ਹੋਣ ਦਾ ਅਰਥ ਹੈ ਮਰ ਜਾਣਾ। ਤੋ ਗੁਰਦੇਵ ਕਹਿੰਦੇ ਵੱਡਾ ਹੋਆ ਦੁਨੀਦਾਰ। ਜਦੋਂ ਸੰਸਾਰ ਤੋਂ ਚਲਾ ਗਿਆ ਨਾ, ਜਦੋਂ ਦੁਨੀਆਦਾਰ ਜਿਹੜਾ ਦੁਨੀ 'ਚ ਹੀ ਖਚਤ ਰਹੇ। ਗਲ ਸੰਗਲ ਘੱਤ ਚਲਾਇਆ। ਫਿਰ ਜਿਹੜੇ ਸੰਸਕਾਰ ਸਨ ਉਹ ਨਹੀਂ ਮੜੀਆਂ 'ਚ ਸੜੇ, ਉਹਨਾਂ ਦੀ ਰਾਖ ਨਹੀਂ ਬਣੀ, ਵਾਸ਼ਨਾਵਾਂ ਨਹੀਂ ਸੜੀਆਂ, ਚੰਗਿਆਈਆਂ ਵੀ ਨਹੀਂ ਸੜੀਆਂ ਤੇ ਬੁਰਾਈਆਂ ਵੀ ਨਹੀਂ ਸੜੀਆਂ। ਯਾਦ ਰੱਖੇ, ਜਿਹਨੂੰ ਸਾਹਿਬ ਕਹਿੰਦੇ ਚੰਗਿਆਈਆਂ ਬੁਰਾਈਆਂ ਵਾਜੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਾਹਿਬ ਕਹਿੰਦੇ ਗਲ ਸੰਗਲ ਘੱਤ ਚਲਾਇਆ, ਉਹਨਾਂ ਵਾਸ਼ਨਾਵਾਂ ਵਿੱਚ ਵੱਜ ਜਾਂਦਾ ਹੈ। ਸਾਹਿਬ ਜੀ ਕਹਿੰਦੇ ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਅੱਗੇ ਸਾਹਿਬ ਜੀ ਕਹਿੰਦੇ ਰੱਬੀ ਧਰਮ ਰਾਜ, ਰੱਬੀ ਨਿਜ਼ਾਮ ਦੇ ਅਨੁਸਾਰ। ਤੋ ਸਾਹਿਬ ਜੀ ਕਹਿੰਦੇ ਉੱਥੇ ਉਹੀ ਕਬੂਲ ਪੈਂਦੀ ਹੈ ਜਿਨ੍ਹਾਂ ਕੋਲ ਸਿਫਤ ਸਲਾਹ ਹੁੰਦੀ ਹੈ, ਨਹੀਂ ਤੇ ਕੀਤੇ ਕਰਮਾਂ ਦੇ ਅਨੁਸਾਰ ਸਾਹਿਬ ਜੀ ਕਹਿੰਦੇ ਨੂੰ ਲੇਖਾ ਸਮਝਾ ਦਿੱਤਾ ਜਾਂਦਾ ਹੈ। ਭਾਈ ਆ ਤੇਰਾ ਲਾਹਾ ਹੈ, ਆ ਤੇਰਾ ਮੂਲ ਹੈ, ਆ ਤੇਰਾ ਘਟ ਹੈ, ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਾਉਂਦੀ। ਗੁਰਦੇਵ ਕਹਿੰਦੇ ਜਦੋਂ ਫਿਰ ਉਸ ਅਚਰਜਤਾ ਨੂੰ, ਵਿਸਮਾਦਤਾ ਨੂੰ ਮਾਣਿਆ ਨਹੀਂ, ਸੱਤਾ 'ਚ ਉਲਝ ਗਿਆ, ਸੱਤ ਦਾ ਜੀਵਨ 'ਚ ਅਨੁਭਵ ਨਹੀਂ ਆਇਆ, ਫਿਰ ਸਾਹਿਬ ਜੀ ਕਹਿੰਦੇ ਉਹਨੂੰ ਫਿਰ ਮਾਰ ਪੈਂਦੀ ਨੂੰ ਥਾਂ ਨਹੀਂ ਮਿਲਦੀ। ਪਾਉਂਦੀ ਦਾ ਅਰਥ ਹੈ ਮਾਰ ਪੈਂਦਿਆਂ, ਵੈਸੇ ਜੁੱਤੀਆਂ ਪੈਂਦਿਆਂ ਇਹਦੇ ਅਰਥ ਆਉਂਦੇ ਨੇ। ਥਾਉ ਨਾ ਹੋਵੀ ਪਾਉਂਦੀ, ਹੁਣ ਸੁਣਿਆ ਕਿਆ ਰੁਆਇਆ। ਹੁਣ ਉਹਦੀ ਪੁਕਾਰ ਕਿੰਨੇ ਸੁਣਨੀ ਹੈ? ਨਾ ਮਾਂ ਸੁਣੇਗੀ, ਨਾ ਪਤਨੀ ਸੁਣੇਗੀ, ਨਾ ਪਿਓ ਸੁਣੇਗਾ, ਨਾ ਭਰਾ ਸੁਣੇਗਾ, ਕੁਝ ਵੀ ਨਹੀਂ ਸੁਣੇਗਾ। ਉਹ ਜਿੰਨੇ ਸੁਣਨੀ ਸੀ ਉਹਦੇ ਨਾਲ ਕਦੇ ਸਾਂਝ ਨਹੀਂ ਬਣੀ, ਕੋਈ ਗੁਣ, ਕੋਈ ਸੰਸਕਾਰ ਜੀਵਨ 'ਚ ਵਰਤਿਆ ਨਹੀਂ। ਤੋ ਮਨ ਅੰਧਾ ਜਨਮ ਗਵਾਇਆ। ਤੋ ਸਾਹਿਬ ਜੀ ਕਹਿੰਦੇ ਜੀਵ ਮੂਰਖ ਮਨ ਵਾਲਾ, ਕਿੱਡਾ ਸੋਹਣਾ ਅਵਸਰ ਮਿਲਦਾ ਹੈ ਰੱਬੀ ਵਿਸਮਾਦ ਨੂੰ ਮਾਨਣ ਦਾ। ਰੱਬ ਦੀ ਇਸ ਕੁਦਰਤ ਵਿੱਚੋਂ ਸਭ ਤੋਂ ਜਾਗੇ ਹੋਏ ਆਪਾਂ ਹਾਂ। ਕਿੰਨਾ ਸੋਹਣਾ ਬੋਧ ਸਮਝ ਸੂਝ ਸਾਡੇ ਅੰਦਰ ਹੈ। ਪਰ ਗੁਰਮੁਖੋ ਬਹੁਤ ਵਾਰ ਮਨੁੱਖ ਜਨਮ ਅਜਾਈਂ ਗਵਾ ਲੈਂਦਾ ਹੈ। ਕੋਈ ਜੀਵਨ 'ਚ ਵਿਸਮਾਦ, ਆਨੰਦ, ਖੇੜਾ, ਪਰਉਪਕਾਰ ਨਹੀਂ ਵਰਤਦੇ। ਸਤਿਗੁਰ ਕਹਿੰਦੇ ਜਿਹਦੀ ਫਿਰ ਸਜ਼ਾ ਦੁੱਖ ਬੜਾ ਲੰਬੇਰਾ ਸਮਾਂ ਇਸ ਨੂੰ ਭੋਗਣੇ ਪੈਂਦੇ ਨੇ। ਗੁਰ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਮਾ। ਕੱਲ੍ਹ ਜੋ ਸੰਧਿਆ ਵੇਲੇ ਸ਼ਾਮ ਦੇ ਦੀਵਾਨ ਸੱਜਣੇ ਨੇ, ਸਾਹਮਣੇ ਡਿਸਪਲੇ 'ਤੇ ਆਪ ਜੀ ਵੇਖ ਸਕਦੇ ਹੋ, ਜੋ ਸ਼ਨੀਵਾਰ ਸ਼ਾਮ ਦੇ ਦੀਵਾਨ ਹੁੰਦੇ ਨੇ। ਭਾਈ ਮਨਜਿੰਦਰ ਸਿੰਘ ਜੀ 6 ਤੋਂ ਲੈ ਕੇ 7 ਵਜੇ ਤੱਕ, ਯੰਗ ਖਾਲਸਾ ਸੁਸਾਇਟੀ 7 ਤੋਂ 8, ਭਾਈ ਇੰਦਰਪਾਲ ਸਿੰਘ ਜੀ ਚੰਡੀਗੜ੍ਹ ਵਾਲੇ ਬੜਾ ਪਿਆਰਾ ਮਿੱਠਾ ਕੀਰਤਨ ਕਰਦੇ ਨੇ। 8 ਤੋਂ 9 ਵਜੇ ਤੱਕ ਆਪ ਜੀ ਨੂੰ ਜੋੜਨਗੇ। ਪਰਸੋਂ
ਦੀਵਾਨ ਵੀ ਇਸੇ ਤਰ੍ਹਾਂ ਸ਼ਾਮ ਦੇ ਸੱਜਣੇ ਨੇ। ਇਸ ਤੋਂ ਇਲਾਵਾ ਇੱਕ ਬੇਨਤੀ ਹੈ, ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 7 ਨਵੰਬਰ ਸਵੇਰੇ 10 ਵਜੇ ਖੰਡੇ ਕੀ ਪੌਲ ਤਿਆਰ ਹੋਣੀ ਹੈ। ਇਸ ਪਾਵਨ ਸਥਾਨ ਤੋਂ 7 ਨਵੰਬਰ ਨੂੰ 10 ਵਜੇ ਬੱਸ ਦਾ ਪ੍ਰਬੰਧ ਹੈ। ਸੋ ਜਿਹੜੇ ਬਲਾਖੀ ਜਗਿਆਸੂ ਨੇ ਆਪਣਾ ਨਾਮ ਪਤਾ ਦਰਜ ਕਰਾਓ, ਤਾਂ ਜੋ ਆਪ ਜੀ ਗੁਰੂ ਦੀ ਬਖਸ਼ਿਸ਼ ਦੇ ਭਾਗੀਦਾਰ ਬਣ ਸਕੋ। ਅਤੇ ਗੁਰੂ ਦਰ ਘਰ ਵੱਲੋਂ ਕਕਾਰਾਂ ਦੀ ਵੀ ਸੇਵਾ ਹੋਣੀ ਹੈ। ਸੋ ਜ਼ਰੂਰ ਜਿਨ੍ਹਾਂ ਨੇ ਮਨ ਬਣਾਇਆ ਅਤੇ ਜਿਨ੍ਹਾਂ ਨੇ ਬਣਾਉਣਾ ਹੈ, ਉਹ ਵੀ ਕੋਸ਼ਿਸ਼ ਕਰੋ ਤਾਂ ਜੋ ਗੁਰੂ ਬਖਸ਼ਿਸ਼ਾਂ ਆਪਾਂ ਪ੍ਰਾਪਤ ਕਰ ਸਕੀਏ।